ਜੋ ਹੱਥ ਨਾਲ ਗੁਰੂ ਸਾਹਿਬ ਦੀ ਸੇਵਾ ਕਰਨ ਦਾ ਆਨੰਦ ਹੈ ਨਾ, ਉਹ ਕਿਤੇ ਨਹੀਂ ਆ ਸਕਦਾ। ਕਿਉਂਕਿ ਅਸੀਂ ਹੱਥੀਂ ਗੁਰੂ ਸਾਹਿਬ ਨੂੰ ਲਿਖਦੇ ਹਾਂ ਕਿ ਸਾਨੂੰ ਇਦਾਂ ਲੱਗਦਾ ਹੁੰਦਾ ਵੀ ਗੁਰੂ ਸਾਹਿਬ ਕੋਲੇ ਬੈਠੇ ਨੇ। ਜਦੋਂ ਹੱਥ ਨਾਲ ਲਿਖਦੇ ਹਾਂ ਕੱਲਾ ਕੱਲਾ ਅੱਖਰ ਸਾਨੂੰ ਸਾਡੇ ਅੰਦਰ ਘਰ ਕਰਦਾ, ਸਾਨੂੰ ਐਂ ਲੱਗਦਾ ਵੀ ਗੁਰੂ ਸਾਹਿਬ ਆਪ ਬੋਲ ਰਹੇ ਨੇ, ਬਾਣੀ ਨਾਲ ਪਿਆਰ ਜੁੜਦਾ। ਕਹਿੰਦੇ ਮਨਕੀਰਤ ਇੱਕ ਹਿੰਦੂ ਪਰਿਵਾਰ 'ਚ ਜਨਮਿਆ ਵਾ। ਮਨਕੀਰਤ ਕੁਮਾਰ ਤੋਂ ਪਹਿਲਾਂ ਮਨਕੀਰਤ ਸਿੰਘ ਬਣਦਾ। ਬਾਕੀ ਪਰਿਵਾਰ ਕਹਿੰਦੇ ਹਲੇ ਹਿੰਦੂ ਧਰਮ ਦੇ ਵਿੱਚ ਹੀ ਪਰਪੱਖ ਹੈ। ਪਰ ਸਿੱਖ ਧਰਮ ਇੱਕ ਇਹੋ ਜਿਹਾ ਜਿੱਥੇ ਕਿਸੇ ਦੀ ਕੋਈ ਜਾਤ ਨਹੀਂ ਹੁੰਦੀ, ਸਿੱਖ ਦੀ ਕੋਈ ਜਾਤ ਨਹੀਂ ਹੁੰਦੀ। ਅਤੇ ਜੇ ਮੈਂ ਗੱਲ ਕਹਿੰਦਾ ਵੀ ਜਿਹੜੇ ਸਿੱਖ ਦੀ ਕੋਈ ਜਾਤ ਹੈ ਉਹ ਸਿੱਖ ਨਹੀਂ ਹੋ ਸਕਦਾ। ਕਬੀਰ ਸਾਹਿਬ ਦੀ ਬਾਣੀ ਸੁਣਨੀ ਬੜੀ ਚੰਗੀ ਲੱਗਣੀ, ਉਹ ਤੋਂ ਬੜਾ ਮਨ ਪਿਘਲਿਆ ਅਤੇ ਸਤਿਗੁਰੂ ਨੇ ਕਿਰਪਾ ਕੀਤੀ ਅਤੇ ਆਪਣੇ ਨਾਲ ਜੋੜ ਲਿਆ। ਬੜਾ ਪਿਆਰ ਬਣਿਆ ਬਾਣੀ ਦੇ ਨਾਲ। ਅਤੇ ਮੈਂ ਇਹ ਚਾਹੁੰਦਾ ਗਾ ਵੀ ਜਿੰਨੀ ਵੀ ਸਿੱਖ ਸੰਗਤ ਆਪਣੇ ਨੌਜਵਾਨ ਵੀਰ ਨੇ, ਜੋ ਵੀ ਇਸ ਧਰਮ ਦੇ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਪਰ ਮੈਂ ਇਹ ਗੱਲ ਕਹੂੰਗਾ, ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪੰਥ ਤੋਂ ਵਧੀਆ ਕੋਈ ਪੰਥ ਨਹੀਂ ਹੋ ਸਕਦਾ। ਕਿਉਂਕਿ ਜਗਤ ਦੇ ਵਿੱਚ ਜਿੰਨੇ ਵੀ ਲੋਕ ਨੇ, ਜੋ ਬਾਬੇ ਨੇ, ਪੀਰ ਪੈਗੰਬਰ ਨੇ, ਚਲੋ ਆਪਣੀ ਕੁਰਬਾਨੀ ਦਿੱਤੀ ਹੋਊਗੀ ਕਿਸੇ ਨੇ, ਪਰ ਪੁੱਤਰਾਂ ਦਾ ਦਾਨੀ ਕੋਈ ਨਹੀਂ ਹੋ ਸਕਦਾ। ਮੈਨੂੰ ਬਹੁਤ ਲੋਕਾਂ ਨੇ ਕਿਹਾ ਵੀ ਤੂੰ ਫਲਾਣੇ ਧਰਮ ਨੂੰ ਮੰਨਣ ਲੱਗ ਜਾ, ਫਲਾਣੇ। ਮੈਂ ਸਾਰੇ ਕਿਤੇ ਗਿਆ ਸੀ, ਨਿਰੰਕਾਰੀਆਂ ਦੇ, ਪ੍ਰੇਮੀਆਂ ਦੇ, ਜੋ ਵੀ ਸਾਰੇ ਕਿਤੇ ਜਾ ਕੇ ਫਿਰ ਮੈਂ ਸਿੱਖ ਧਰਮ ਨੂੰ ਐਕਸੈਪਟ ਕੀਤਾ। ਰੱਤੀ ਸੋਨਾ 500-600 ਰੁਪਏ ਦਾ ਹੁੰਦਾ, ਉਹ ਵਿੱਚ ਪੈਂਦਾ। ਕੁਛ ਕੁ ਵਸਤੂਆਂ ਜਿਹੜੀਆਂ ਹੈਗੀਆਂ ਪਰਚੂਨ ਦੀ ਦੁਕਾਨ ਤੋਂ, ਜਿਹਨੂੰ ਆਪਾਂ ਕਹਿੰਦੇ ਹਾਂ ਪੰਸਾਰੀ ਤੋਂ ਮਿਲਦੀਆਂ, ਉਹ ਵਿੱਚ ਪਾ ਕੇ ਕਾਫੀ ਦਿਨ ਸਮਾਂ ਲੱਗ ਜਾਂਦਾ ਹੈ। ਆਵਾਜਾਈ ਦਾ ਖਰਚਾ ਪਾ ਕੇ ਕਾਫੀ ਮਤਲਬ 2-2.5 ਹਜ਼ਾਰ ਦਾ ਖਰਚਾ ਸ਼ਾਹੀ ਦੇ ਉੱਤੇ ਆ ਜਾਂਦਾ। ਖਾਸ ਤੌਰ 'ਤੇ ਤੁਸੀਂ ਸ਼ਾਹੀ ਜਿਹੜੀ ਸੋਨੇ ਦੀ ਕਿਉਂ ਵਰਤੇ ਰਹੇ ਹੋ? ਇਹਦੇ ਵਿੱਚ ਕਾਰਨ ਕੀ ਆ, ਜਾਂ ਕੋਈ ਖੂਬੀ ਆ, ਜਾਂ ਕੋਈ ਵਿਲੱਖਣਤਾ ਇਹਦੇ ਵਿੱਚ? ਵਿਲੱਖਣਤਾ ਇਹੀ ਹੈ ਭਾਈ ਸਾਹਿਬ, ਪੁਰਾਤਨ ਸਮੇਂ ਦੇ ਵਿੱਚ ਨਾ ਜਦੋਂ ਸਰੂਪ ਲਿਖੇ ਜਾਂਦੇ ਸੀ, ਲਾਈਟ ਨਹੀਂ ਹੁੰਦੀ ਸੀ, ਦੀਵਾ ਬਾਲ ਕੇ ਨਾ ਅੱਖਰ ਸੋਨੇ ਕਰਕੇ ਉੱਭਰਦੇ ਹੁੰਦੇ ਸੀ। ਸਤਿ ਸ਼੍ਰੀ ਅਕਾਲ ਜੀ, ਹਮਦਰ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਕੁਲਦੀਪ ਕੋਲੀਆ। ਅੱਜ ਅਸੀਂ ਬਠਿੰਡਾ ਜ਼ਿਲ੍ਹਾ ਦੇ ਕਸਬਾ ਭਗਤਾ ਭਾਈ 'ਚ ਪਹੁੰਚੇ ਹਾਂ। ਇੱਥੇ ਇੱਕ ਤੁਹਾਡੀ ਵਿਸ਼ੇਸ਼ ਤੌਰ 'ਤੇ ਮੁਲਾਕਾਤ ਇੱਕ ਨੌਜਵਾਨ ਨਾਲ ਕਰਵਾਉਣ ਜਾ ਰਹੇ ਹਾਂ। ਹਰ ਇਨਸਾਨ ਦਾ ਬਾਣੀ ਨਾਲ ਪਿਆਰ ਆ, ਹਰ ਇਨਸਾਨ ਦਾ ਆਪੋ ਆਪਣੇ ਧਰਮ ਦੇ ਵਿੱਚ ਆਪੋ ਆਪਣੇ ਜੋ ਧਾਰਮਿਕ ਗ੍ਰੰਥ ਆ ਉਹਨਾਂ ਪ੍ਰਤੀ ਪਿਆਰ ਆ। ਜੇ ਗੱਲ ਸਿੱਖ ਧਰਮ ਦੀ ਕਰੀਏ, ਖਾਸ ਤੌਰ 'ਤੇ ਸਿੱਖਾਂ ਦਾ ਪਿਆਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਆ। ਜਦੋਂ ਗੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਉਂਦੀ ਆ ਤਾਂ ਹਰ ਇਨਸਾਨ ਦਾ ਸੀਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਦਾ ਹੈ। ਜਦੋਂ ਵੀ ਕੋਈ ਘਰਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੋਕ ਲੈ ਕੇ ਜਾਂਦੇ ਨੇ ਤਾਂ ਰਸਤੇ ਵਿੱਚ ਵੀ ਲੋਕ ਖੜ੍ਹ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਉਂਦੇ ਨੇ। ਅੱਜ ਅਸੀਂ ਜਿਸ ਨੌਜਵਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਸ ਦਾ ਨਾਮ ਮਨਕੀਰਤ ਸਿੰਘ ਹੈ। ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥੀਂ ਲਿਖਤ ਕਰ ਰਿਹਾ। ਖਾਸ ਤੌਰ 'ਤੇ ਉਹ ਸੋਨੇ ਦੀ ਸ਼ਾਹੀ ਦੇ ਨਾਲ ਲਿਖਤ ਕਰ ਰਿਹਾ। ਤੁਹਾਡੀ ਮੁਲਾਕਾਤ ਮਨਕੀਰਤ ਸਿੰਘ ਭਗਤਾ ਭਾਈ ਨਾਲ ਕਰਵਾਉਣ ਜਾ ਰਹੇ ਹਾਂ। ਸਤਿ ਸ਼੍ਰੀ ਅਕਾਲ ਵੀਰੇ। ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਕੀ ਹਾਲ ਆ ਵੀਰੇ ਮਨਕੀਰਤ ਜੀ? ਠੀਕ ਹੋ? ਬਹੁਤ ਵਧੀਆ, ਗੁਰੂ ਸਾਹਿਬ ਦੀ ਕਿਰਪਾ ਜੀ, ਚੜ੍ਹਦੀ ਕਲਾ। ਸਾਨੂੰ ਪਤਾ ਲੱਗਿਆ ਸੀ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੱਥੀਂ ਲਿਖਤ ਲਿਖ ਰਹੇ ਹੋ ਜੀ। ਇਹ ਬਹੁਤ ਵੱਡਾ ਅਤੇ ਔਖਾ ਕੰਮ ਹੈ। ਆਮ ਤੌਰ 'ਤੇ ਸ਼੍ਰੋਮਣੀ ਕਮੇਟੀ ਇਹ ਕੰਮ ਕਰ ਰਹੀ ਹੈ, ਉਹਨਾਂ ਦੀ ਪ੍ਰੈਸ ਵੀ ਲਗਾਈ ਹੋਈ ਹੈ। ਪਰ ਮੇਰਾ ਖਿਆਲ ਆ ਕਿ ਤੁਸੀਂ ਪੰਜਾਬ ਦੇ ਵਿੱਚ ਪਹਿਲੇ ਐਸੇ ਇਨਸਾਨ ਹੋਵੋਗੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਰਹੇ ਹੋ। ਕਿਸ ਤਰ੍ਹਾਂ ਤੁਹਾਡੇ ਜ਼ਿਹਨ ਦੇ ਵਿੱਚ ਆਇਆ? ਇਹ ਗੁਰੂ ਸਾਹਿਬ ਕਿਰਪਾ ਕਰਨ ਵਾਲੇ ਆ ਵੀਰ ਜੀ। ਜੀ। ਜਦੋਂ ਕਿਸੇ 'ਤੇ ਕਿਰਪਾ ਕਰਨੀ ਹੋਵੇ ਸਤਿਗੁਰੂ ਨੇ ਤਾਂ ਉਹ ਆਪ ਬੰਦਾ ਚੁਣ ਲੈਂਦੇ ਨੇ। ਅਤੇ ਵੈਸੇ ਤਾਂ ਪੈਂਡਿੰਗ ਪ੍ਰੈਸਾਂ ਦੇ ਉੱਤੇ ਗੁਰੂ ਸਾਹਿਬ ਦੇ ਸਰੂਪ ਛਾਪੇ ਜਾ ਰਹੇ ਨੇ, ਪਰ ਜੋ ਹੱਥ ਨਾਲ ਗੁਰੂ ਸਾਹਿਬ ਦੀ ਸੇਵਾ ਕਰਨ ਦਾ ਆਨੰਦ ਹੈ ਨਾ, ਉਹ ਕਿਤੇ ਨਹੀਂ ਆ ਸਕਦਾ। ਕਿਉਂਕਿ ਅਸੀਂ ਹੱਥੀਂ ਗੁਰੂ ਸਾਹਿਬ ਨੂੰ ਲਿਖਦੇ ਹਾਂ ਅਤੇ ਸਾਨੂੰ ਇੱਦਾਂ ਲੱਗਦਾ ਹੁੰਦਾ ਵੀ ਗੁਰੂ ਸਾਹਿਬ ਕੋਲੇ ਬੈਠੇ ਨੇ। ਇਹ ਸਾਡਾ ਮਤਲਬ ਬੜਾ ਚੰਗਾ ਅਨੁਭਵ ਹੁੰਦਾ ਵੀ ਬੜਾ ਪ੍ਰੇਮ ਬਣਦਾ ਹੈ ਗੁਰਬਾਣੀ ਨਾਲ। ਅਤੇ ਕਿੱਥੇ ਛਾਪੇ ਹੋ ਰਹੇ ਨੇ ਕਿਤਾਬਾਂ ਦੇ ਵਾਂਗੂ ਗੁਰੂ ਸਾਹਿਬ ਦੇ, ਅਤੇ ਪਰ ਜਦੋਂ ਹੱਥ ਨਾਲ ਲਿਖਦੇ ਹਾਂ ਕੱਲਾ ਅੱਖਰ ਸਾਨੂੰ ਸਾਡੇ ਅੰਦਰ ਘਰ ਕਰਦਾ। ਸਾਨੂੰ ਐਂ ਲੱਗਦਾ ਵੀ ਗੁਰੂ ਸਾਹਿਬ ਆਪ ਬੋਲ ਰਹੇ ਨੇ, ਬਾਣੀ ਨਾਲ ਪਿਆਰ ਜੁੜਦਾ ਕੱਲਾ ਅੱਖਰ। ਅਤੇ ਗੁਰੂ ਸਾਹਿਬ ਕਿਰਪਾ ਕਰਨ, ਇੱਦਾਂ ਹੀ ਮੇਰੇ ਤੋਂ ਸੇਵਾ ਲਈ ਜਾਣ।
ਮਨਕੀਰਤ ਵੀਰੇ, ਇੱਕ ਗੱਲ ਹੋਰ ਆ, ਖਾਸ ਤੌਰ ਤੇ ਸਾਨੂੰ ਪਤਾ ਲੱਗਿਆ ਸੀ ਜਦੋਂ ਭਗਤਾ ਭਾਈ 'ਚ ਆਏ ਸੀ, ਕਹਿੰਦੇ ਮਨਕੀਰਤ ਇੱਕ ਹਿੰਦੂ ਪਰਿਵਾਰ 'ਚ ਜਨਮਿਆ ਵਾ। ਮਨਕੀਰਤ ਕੁਮਾਰ ਤੋਂ ਪਹਿਲਾਂ ਮਨਕੀਰਤ ਸਿੰਘ ਬਣਦਾ, ਬਾਕੀ ਪਰਿਵਾਰ ਕਹਿੰਦੇ ਹਲੇ ਹਿੰਦੂ ਧਰਮ ਦੇ ਵਿੱਚ ਹੀ ਪਰਪੱਖ ਹੈ, ਪਰ ਕੱਲਾ ਮਨਕੀਰਤ ਜਿਹੜਾ ਸਿੱਖੀ ਦੇ ਵਿੱਚ ਪ੍ਰਵੇਸ਼ ਕਰ ਚੁੱਕਾ ਔਰ ਇੰਨਾ ਬਾਣੀ ਨਾਲ ਪਿਆਰ ਕਰਨ ਲੱਗਾ ਕਿ ਹਰ ਵੇਲੇ ਬਾਣੀ ਪੜ੍ਹਦਾ, ਹਰ ਵੇਲੇ ਬਾਣੀ ਸੁਣਦਾ, ਹਰ ਵੇਲੇ ਬਾਣੀ ਲਿਖਦਾ। ਇੰਨਾ ਬਾਣੀ ਨਾਲ ਪਿਆਰ ਕਿਉਂ? ਸਿੱਖ ਧਰਮ ਦੇ ਵਿੱਚ ਆਉਣ ਦਾ ਕਾਰਨ ਕੀ? ਸਿੱਖੀ ਦੇ ਵਿੱਚ ਕੀ ਤੁਹਾਨੂੰ ਇੰਨਾ ਖਾਸ ਲੱਗਿਆ ਕਿ ਹਿੰਦੂ ਧਰਮ ਛੱਡ ਕੇ ਤੁਸੀਂ ਸਿੱਖੀ ਦੇ ਵਿੱਚ ਆ ਗਏ? ਪਹਿਲੀ ਗੱਲ ਤਾਂ ਵੀਰ ਜੀ ਦੇਖੋ, ਜਿਹੜੇ ਧਰਮ ਦੇ ਵਿੱਚ ਵੀ ਜਾਂਦੇ ਆ, ਮੁਸਲਿਮ ਸਮਾਜ ਹੋ ਗਿਆ, ਈਸਾਈ ਸਮਾਜ ਹੋ ਗਿਆ, ਹਿੰਦੂ ਸਮਾਜ ਹੋ ਗਿਆ, ਜਿੱਥੇ ਵੀ ਜਾਂਦੇ ਆ ਤੇ ਉੱਥੇ ਜਾਤਾਂ ਦੇ ਸੰਬੰਧ ਦੇ ਵਿੱਚ ਸਾਰੇ ਲੋਕ ਆਏ ਅੱਡੋ ਅੱਡ ਹੋਏ ਪਏ ਨੇ। ਪਰ ਸਿੱਖ ਧਰਮ ਇੱਕ ਇਹੋ ਜਿਹਾ ਜਿੱਥੇ ਕਿਸੇ ਦੀ ਕੋਈ ਜਾਤ ਨਹੀਂ ਹੁੰਦੀ, ਸਿੱਖ ਦੀ ਕੋਈ ਜਾਤ ਨਹੀਂ ਹੁੰਦੀ। ਤੇ ਜੇ ਮੈਂ ਗੱਲ ਕਹਿਣਾ ਵੀ ਜਿਹੜੇ ਸਿੱਖ ਦੀ ਕੋਈ ਜਾਤ ਹੈ ਉਹ ਸਿੱਖ ਨਹੀਂ ਹੋ ਸਕਦਾ। ਤੇ ਇਹ ਚੀਜ਼ ਤੋਂ ਮੈਂ ਬੜਾ ਪ੍ਰਭਾਵਿਤ ਹੋਇਆ ਵੀ ਗੁਰੂ ਸਾਹਿਬ ਐਡੀ ਕਿਰਪਾ ਕਰਦੇ ਨੇ, ਉਹਨਾਂ ਨੇ ਸਾਰਿਆਂ ਨੂੰ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਾ ਕੇ ਇੱਕ ਕਰ ਦਿੱਤਾ। ਕਿਉਂਕਿ ਸਾਡੇ ਜਿਹੜੇ ਹਿੰਦੂ ਧਰਮ ਦੇ ਵਿੱਚ ਮੰਨਦੇ ਸੀ ਸਾਡੇ ਵੱਖੋ ਵੱਖਰੀਆਂ ਬ੍ਰਾਹਮਣ ਅਲੱਗ ਨੇ, ਜੋ ਹੋਰ ਵੀ ਹੈਗੇ ਨੇ, ਉਹਨਾਂ ਨੂੰ ਵੱਖੋ ਵੱਖਰੀਆਂ ਜਾਤਾਂ ਦੇ ਵਿੱਚ ਵੰਡਿਆ ਗਿਆ। ਸਾਨੂੰ ਇੱਕ ਅਸੀਂ ਐਸੀ ਕੈਟਾਗਰੀ ਦੇ ਵਿੱਚ ਆਉਂਦੇ ਸੀ, ਸਾਨੂੰ ਬੜਾ ਨੀਚ ਸਮਝਿਆ ਜਾਂਦਾ ਹੁੰਦਾ ਸੀ। ਪਰ ਮੈਂ ਮਹਾਰਾਜ ਦੀ ਬਾਣੀ ਤੋਂ ਪ੍ਰਭਾਵਿਤ ਹੋਇਆ, ਕਬੀਰ ਸਾਹਿਬ ਦੀ ਬਾਣੀ ਸੁਣਨੀ ਬੜੀ ਚੰਗੀ ਲੱਗਣੀ, ਉਹ ਤੋਂ ਬੜਾ ਮਨ ਪਿਘਲਿਆ ਤੇ ਸਤਿਗੁਰੂ ਨੇ ਕਿਰਪਾ ਕੀਤੀ ਤੇ ਆਪਣੇ ਨਾਲ ਜੋੜ ਲਿਆ, ਬੜਾ ਪਿਆਰ ਬਣਿਆ ਬਾਣੀ ਦੇ ਨਾਲ। ਤੇ ਮੈਂ ਇਹ ਚਾਹੁੰਦਾ ਗਾ ਵੀ ਜਿੰਨੀ ਵੀ ਸਿੱਖ ਸੰਗਤ ਆਪਣੇ ਨੌਜਵਾਨ ਵੀਰ ਨੇ, ਜੋ ਵੀ ਇਸ ਧਰਮ ਦੇ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ, ਨਾ ਗੁਰੂ ਸਾਹਿਬ ਕਰਦੇ ਨੇ ਤੇ ਨਾ ਸਿੱਖ ਕਰਦੇ ਨੇ। ਜਿਹੜੇ ਕਰਦੇ ਨੇ ਉਹ ਸਿੱਖ ਨਹੀਂ ਹੋ ਸਕਦਾ। ਤੇ ਕਿਰਪਾ ਕਰਕੇ ਜਿਹੜੇ ਵੀ ਸੰਗਤ ਮਤਲਬ ਹੋਰ ਧਰਮਾਂ ਨੂੰ ਵੀ ਮੰਨਦੇ ਨੇ, ਹਾਂ ਜ਼ਰੂਰ ਮੰਨਣਾ ਚਾਹੀਦਾ ਆਪਣੇ ਆਪਣੇ ਧਰਮ ਨੂੰ। ਪਰ ਮੈਂ ਇਹ ਗੱਲ ਕਹੂੰਗਾ, ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪੰਥ ਤੋਂ ਵਧੀਆ ਕੋਈ ਪੰਥ ਨਹੀਂ ਹੋ ਸਕਦਾ। ਕਿਉਂਕਿ ਜਗਤ ਦੇ ਵਿੱਚ ਜਿੰਨੇ ਵੀ ਲੋਕ ਨੇ, ਜੋ ਬਾਬੇ ਨੇ, ਪੀਰ ਪੈਗੰਬਰ ਨੇ, ਚਲੋ ਆਪਣੀ ਕੁਰਬਾਨੀ ਦਿੱਤੀ ਹੋਊਗੀ ਕਿਸੇ ਨੇ, ਪਰ ਪੁੱਤਰਾਂ ਦਾ ਦਾਨੀ ਕੋਈ ਨਹੀਂ ਹੋ ਸਕਦਾ। ਸਾਰਾ ਪਰਿਵਾਰ ਵਾਰਨ ਵਾਲਾ ਕੋਈ ਨਹੀਂ ਹੋ ਸਕਦਾ। ਕੰਡਿਆਂ ਦੀ ਸੇਜ ਤੇ ਬੈਠ ਕੇ ਤਾਂ ਵੀ ਉਹ ਸਤਿਗੁਰੂ ਦਾ ਸ਼ੁਕਰਾਨਾ ਕਰਨ ਵਾਲਾ ਕੋਈ ਨਹੀਂ ਹੋ ਸਕਦਾ। ਅਸੀਂ ਹੋਰ ਵੀ ਧਰਮਾਂ ਨੂੰ ਮੰਨਦੇ ਹਾਂ, ਪਰ ਮੈਂ ਇੱਕ ਗੱਲ, ਮੈਨੂੰ ਬਹੁਤ ਲੋਕਾਂ ਨੇ ਕਿਹਾ ਵੀ ਤੂੰ ਫਲਾਣੇ ਧਰਮ ਨੂੰ ਮੰਨਣ ਲੱਗ ਜਾ, ਫਲਾਣੇ। ਮੈਂ ਸਾਰੇ ਕਿਤੇ ਗਿਆ ਸੀ, ਨਿਰੰਕਾਰੀਆਂ ਦੇ, ਪ੍ਰੇਮੀਆਂ ਦੇ, ਜੋ ਵੀ ਸਾਰੇ ਕਿਤੇ ਜਾ ਕੇ ਫਿਰ ਮੈਂ ਸਿੱਖ ਧਰਮ ਨੂੰ ਐਕਸੈਪਟ ਕੀਤਾ। ਤੇ ਮੈਨੂੰ ਸਾਰੇ ਬਾਬਿਆਂ ਨੇ ਤੂੰ ਸਾਡਾ ਚੇਲਾ ਬਣ ਜਾ, ਉਹ ਕਰ ਲੈ। ਨਿਰਮਲੇ ਸਾਧੂਆਂ ਦੇ ਵੀ ਗਿਆ। ਮੈਂ ਕਿਹਾ ਵੀ ਜੇ ਗੁਰੂ ਗੋਬਿੰਦ ਸਿੰਘ ਵਾਂਗੂ 4 ਪੁੱਤ ਵਾਰ ਦੋਗੇ ਮੈਂ ਤੁਹਾਡਾ ਗਾ, ਪਰ ਜੇ 4 ਪੁੱਤ ਵਾਰਨ ਵਾਲਾ ਕੋਈ ਨਹੀਂ ਮਿਲਿਆ ਤੇ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਹੀਂ। ਗੱਲ ਕਰੀਏ, ਤੁਸੀਂ ਕਹਿ ਰਹੇ ਸੀ ਨਿਰਮਲੇ ਬਾਬਿਆਂ ਦੀ, ਹੋਰਾਂ ਦੀ, ਡੇਰੇਵਾਦ ਵਾਲੇ ਬਾਬਿਆਂ ਦੀ, ਤੁਸੀਂ ਉਹਨਾਂ ਬਾਬਿਆਂ ਦੇ ਕੋਲ ਸਿਸਟਮ ਦੇਖਣ ਗਏ ਸੀ ਜਾਂ ਫਿਰ ਉਹਨਾਂ ਕੋਲ ਰਹਿਣ ਵਾਸਤੇ ਚਲੇ ਗਏ ਸੀ? ਕੀ ਤੁਹਾਡੇ ਮਨ ਦਾ ਵਿਚਾਰ ਕੀ ਸੀ? ਦੇਖੋ ਜੀ, ਜਿੱਦਾਂ ਇੱਕ ਪਿਆਸੇ ਇਨਸਾਨ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ, ਉਹ ਥਾਂ ਥਾਂ ਜਾਂਦਾ ਹੈਗਾ। ਮੈਂ ਤਾਂ ਇੱਕ ਆਤਮਿਕ ਸ਼ਾਂਤੀ ਲੱਭਦਾ ਫਿਰਦਾ ਸੀ, ਕਿਉਂਕਿ ਮੈਂ ਜੋ ਹਿੰਦੂ ਧਰਮ ਦੇ ਵਿੱਚ, ਮੈਂ ਨਿੰਦ ਨਹੀਂ ਰਿਹਾ ਹਿੰਦੂ ਧਰਮ ਨੂੰ, ਪਰ ਮੈਨੂੰ ਉਹ ਸਕੂਨ ਉੱਥੇ ਨਹੀਂ ਪ੍ਰਾਪਤ ਹੋਇਆ। ਤੇ ਮੈਂ ਸਕੂਨ ਲੱਭਦਾ ਵੱਖਰੀਆਂ ਥਾਵਾਂ 'ਤੇ ਗਿਆ, ਡੇਰਿਆਂ ਵਿੱਚ ਵੀ ਗਿਆ, ਬਾਬਿਆਂ ਨਾਲ ਵੀ ਰਿਹਾ। ਉੱਥੇ ਰਹਿਣ ਵਾਸਤੇ ਨਹੀਂ, ਉੱਥੇ ਦੇਖ ਕੇ ਫਿਰ ਮੈਨੂੰ ਪਤਾ ਲੱਗਦਾ ਸੀ ਵੀ ਇੱਥੇ ਤਾਂ ਕੱਖ ਨਹੀਂ, ਇੱਥੇ ਤਾਂ ਫਿਰ ਵੀ ਉਹੀ ਵੰਡੀਆਂ। ਡੇਰਿਆਂ ਦੇ ਵਿੱਚ ਚਲੇ ਜਾਂਦੇ ਹਾਂ, ਬਹੁਤ ਸਾਰੇ ਡੇਰੇ ਇਹੋ ਜਿਹੇ ਨੇ ਜਿੱਥੇ ਹਾਲੇ ਵੀ ਉਹ ਬਾਬੇ ਵੀ ਜਾਤ ਪਾਤ ਦਾ ਖੜਾ ਇੱਦਾਂ ਹੀ ਰੱਖਦੇ ਨੇ, ਜਾਤ ਪਾਤ ਮੰਨਦੇ ਨੇ। ਜਿੱਥੇ ਮਰਜ਼ੀ ਚਲੇ ਜਾਓ, ਜਾਤਾਂ ਮੰਨਦੇ ਨੇ। ਤੇ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਘਰ, ਗੁਰੂ ਨਾਨਕ ਪਾਤਸ਼ਾਹ ਦਾ ਘਰ ਇਹੋ ਜਾਗਾ ਜਿੱਥੇ ਕੋਈ ਜਾਤ ਪਾਤ ਨਹੀਂ ਮੰਨੀ ਜਾਂਦੀ। ਮੈਂ ਤਾਂ ਕਰਕੇ ਇਸ ਪ੍ਰਭਾਵਿਤ ਹੋ ਕੇ ਇੱਧਰ ਆਇਆ, ਮੈਨੂੰ ਆਤਮਿਕ ਸਕੂਨ ਲੈਣ ਲਈ। ਤੇ ਇਸ ਵੇਲੇ ਮੈਂ ਇੰਨਾ ਸਕੂਨ ਲੈ ਰਿਹਾ, ਹਰ ਪਾਸੇ ਮਹਾਰਾਜ ਨੇ ਚੜ੍ਹਦੀ ਕਲਾ ਬਖਸ਼ੀ ਵੀ ਹੈ। ਹਿੰਦੂ ਧਰਮ 'ਚ ਕੀ ਤੁਹਾਡਾ ਮਨ ਕਿਉਂ ਨਹੀਂ ਟਿਕਿਆ? ਕਾਰਨ ਕੀ ਹੋਇਆ ਵੱਡਾ ਵੀ ਚਲੋ ਤੁਸੀਂ ਸਿੱਖੀ ਤੋਂ ਪ੍ਰਭਾਵਿਤ ਸੀ, ਬਾਣੀ ਤੋਂ ਪ੍ਰਭਾਵਿਤ ਸੀ, ਗੁਰੂ ਸਾਹਿਬਾਨਾਂ ਤੋਂ ਪ੍ਰਭਾਵਿਤ ਸੀ, ਪਰ ਉੱਥੇ ਤੁਹਾਨੂੰ ਮੁਸ਼ਕਲਾਂ ਕੀ ਆ ਰਹੀਆਂ ਸੀ? ਮੁਸ਼ਕਲਾਂ ਭਾਈ ਸਾਹਿਬ ਇਹੀ ਹੁੰਦੀਆਂ ਸੀਗੀਆਂ ਵੀ ਜਿਹੜੇ ਜਾਤੀਵਾਦ ਦੇ ਕਰਕੇ ਸਾਨੂੰ ਨੀਵਾਂ ਮੰਨਿਆ ਜਾਂਦਾ, ਤੇ ਬਹੁਤ ਸਾਰੀਆਂ ਹੀਨਤਾਵਾਂ, ਬਹੁਤ ਸਾਰੀਆਂ ਗੱਲਾਂ ਹੈਗੀਆਂ। ਤੇ ਹੀਨਤਾ ਕਰਕੇ ਜਿਵੇਂ ਸ਼ੂਦਰਾਂ ਤੋਂ ਕਹਿੰਦੇ ਉਹ ਕਰਦੇ ਹੁੰਦੇ ਹੈ, ਨਫ਼ਰਤ ਕਰਦੇ ਹੁੰਦੇ, ਉੱਦਾਂ ਕੀਤੀ ਜਾਂਦੀ ਸੀ। ਤੇ ਚਲੋ ਹੁਣ ਮੈਂ ਇਹ ਗੱਲ ਕਹੂੰਗਾ ਵੀ ਚਲੋ ਹੁਣ ਵੀ ਸਾਡੇ ਜਿਹੜੇ ਮਨੂਵਾਦੀ ਸੋਚ ਵਾਲੇ ਸਿੱਖ ਨੇ ਜਿਹੜੇ, ਉਹ ਹਲੇ ਵੀ ਕਈ ਵਾਰ ਕਰ ਜਾਂਦੇ ਨੇ। ਪਰ ਗੁਰੂ ਸਾਹਿਬ ਦੇ ਘਰੋਂ ਬਹੁਤ ਸਾਰੇ ਸਿੱਖ ਮੈਨੂੰ ਇਹ ਪਿਆਰ ਵੀ ਬੜਾ ਦੇ ਰਹੇ ਨੇ। ਪਰ ਜਿਹੜੇ ਮਨੂਵਾਦੀ ਸੋਚ ਵਾਲੇ ਨੇ ਨਾ, ਉਹ ਮੰਨੂ ਦੇ ਪੁਜਾਰੀ ਨੇ,
ਉਹ ਗੁਰੂ ਦੇ ਪੁਜਾਰੀ ਨਹੀਂ ਹੋ ਸਕਦੇ, ਜਿਹੜੇ ਮੇਰੇ ਨਾਲ ਅੱਜ ਵੀ ਵਿਤਕਰਾ ਕਰਦੇ ਨੇ। ਕਈ ਵਾਰ ਬਹੁਤ ਸਾਰੇ ਲੋਕ ਨੇ ਜਿਹੜੇ ਵਿਤਕਰਾ ਕਰ ਦਿੰਦੇ ਨੇ। ਯਾਨੀ ਕਹਿਣ ਦਾ ਭਾਵ ਹਲੇ ਵੀ ਸਿੱਖੀ 'ਚ ਤੁਹਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ? ਨਹੀਂ, ਸਿੱਖੀ 'ਚ ਨਹੀਂ ਕੀਤਾ ਜਾ ਰਿਹਾ। ਸਿੱਖੀ ਤਾਂ ਕਿਸੇ ਨਾਲ ਵਿਤਕਰਾ ਕਰ ਹੀ ਨਹੀਂ ਸਕਦੀ ਨਾ। ਇਹ ਮੰਨੂ ਧਾਰੀ ਜਿਹੜੇ ਨੇ ਲੋਕ ਨੇ, ਉਹ ਵਿਤਕਰਾ ਕਰ ਜਾਂਦੇ ਨੇ। ਭੇਖ ਉਹਨਾਂ ਦਾ ਭਾਵੇਂ ਸਿੱਖੀ ਵਾਲਾ, ਉਹ ਵਿਤਕਰਾ ਕਰਦੇ ਨੇ। ਸਿੱਖੀ ਕਿਸੇ ਨਾਲ ਵੀ ਵਿਤਕਰਾ ਨਹੀਂ ਕਰ ਸਕਦੀ, ਕਦੇ ਵੀ ਨਹੀਂ ਕਰ ਸਕਦੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਖੰਡੇ ਬਾਟੇ ਦੀ ਪੌਲ ਜੀ ਨੇ ਛਕ ਲਈ ਨਾ, ਉਹਦੀ ਕੋਈ ਜਾਤ ਨਹੀਂ, ਕੋਈ ਗੋਤ ਨਹੀਂ। ਜਿੱਦਣ ਉਹਨੇ ਆਪਣਾ ਆਪਾ ਮਿਟਾ ਲਿਆ ਤੇ ਉਦੋਂ ਉਹ ਸਿੱਖ ਬਣ ਗਿਆ ਤੇ ਫਿਰ ਉਹ ਕਿਸੇ ਨਾਲ ਵਿਤਕਰਾ ਹੀ ਨਹੀਂ ਕਰਦਾ। ਏਕ ਦ੍ਰਿਸ਼ਟ ਕਰ ਸਮਸਰ ਜਾਣਾ ਹੈ, ਜੋਗੀ ਕਹੀਏ ਸੋਏ। ਕਹਿੰਦੇ ਸਿੱਖ ਉਹੀ ਹੈ ਜਿਹੜਾ ਇੱਕ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਦੇਖਦਾ ਹੋਵੇ। ਹੁਣ ਕੀਰਤਨ ਵੀਰੇ ਗੱਲ ਕਰੀਏ, ਹੁਣ ਤੁਸੀਂ ਬਾਣੀ ਲਿਖ ਰਹੇ ਹੋ, ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਤੁਸੀਂ ਲਿਖ ਰਹੇ ਹੋ। ਮੈਂ ਰਚਨਾ ਤਾਂ ਨਹੀਂ ਕਹਿ ਸਕਦਾ, ਕਿਉਂਕਿ ਰਚਨਾ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ। ਉਤਾਰਾ ਆਪਾਂ ਕਹਿ ਦਈਏ, ਉਤਾਰਾ ਕਰ ਰਹੇ ਹਾਂ। ਬਿਲਕੁਲ ਉਤਾਰਾ ਕਰ ਰਹੇ ਹੋ। ਤਾਂ ਇਹ ਤੁਸੀਂ ਕਦੋਂ ਸਟਾਰਟ ਕੀਤਾ, ਕਦੋਂ ਲਿਖਣਾ ਸਭ ਤੋਂ ਪਹਿਲਾਂ ਆਰੰਭ ਕਦੋਂ ਕੀਤਾ ਸੀ? ਇਹ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਪ੍ਰਕਾਸ਼ ਪੁਰਬ ਆਪਾਂ 5.5 ਸਾਲਾ ਮਨਾਇਆ, ਸਾਰੀ ਦੁਨੀਆ ਨੇ ਵੱਖੋ ਵੱਖਰੇ ਮਹਾਰਾਜ ਨੂੰ ਗਿਫਟ ਦਿੱਤੇ ਨੇ, ਤੇ ਮੈਂ ਇੱਕ ਆਪਦੇ ਪ੍ਰਤੋਂ ਇਹ ਗੁਰੂ ਸਾਹਿਬ ਦੇ ਲਈ ਤੋਹਫਾ ਇੱਕ ਭੇਟ ਕਰਨਾ ਚਾਹੁੰਦਾ ਸੀ। ਉਦੋਂ ਮੈਂ ਆਰੰਭਤਾ ਕੀਤੀ ਹੈ ਗੁਰੂ ਸਾਹਿਬ ਦੇ ਗੁਰਪੁਰਬ ਦੇ ਉੱਤੇ। ਇਹਦੇ ਵਾਸਤੇ ਮਟੀਰੀਅਲ ਦੀ ਬੜੀ ਜ਼ਰੂਰਤ ਪੈਂਦੀ ਹੋਣੀ ਆ। ਮੇਰਾ ਖਿਆਲ ਮਟੀਰੀਅਲ ਮਹਿੰਗਾ ਵੀ ਹੋਊਗਾ। ਇੰਨਾ ਮਟੀਰੀਅਲ ਤੁਸੀਂ ਕਿੱਥੋਂ ਲੈ ਕੇ, ਜਾਂ ਤੁਹਾਨੂੰ ਕਿਸੇ ਨੇ ਪ੍ਰੋਵਾਈਡ ਕਰਵਾਇਆ, ਕਿਸ ਤਰ੍ਹਾਂ ਹੋਇਆ ਸਾਰਾ? ਦੇਖੋ ਜੀ, ਪ੍ਰੋਵਾਈਡ ਤਾਂ ਕਿਸੇ ਨੇ ਨਹੀਂ ਕਰਵਾਇਆ, ਪਰ ਮੈਂ ਸਿੱਖਿਆ ਬਹੁਤ ਥਾਂ, ਜਿੱਥੋਂ ਵੀ ਮੈਨੂੰ ਗਿਆਨ ਮਿਲਿਆ ਮੈਂ ਸਿੱਖਿਆ। ਤੇ ਚਲੋ ਕੁਛ ਕੁ ਸੰਗਤ ਨੇ ਜਿਹੜੀ ਬਹੁਤ ਜ਼ਿਆਦਾ, ਕੁਛ ਕੁ ਸੰਗਤ ਨੇ ਚਲੋ ਥੋੜ੍ਹੀ ਬਹੁਤੀ ਮਦਦ ਵੀ ਕੀਤੀ ਹੈ। ਉਹਨਾਂ ਦਾ ਮੈਂ ਧੰਨਵਾਦ ਕਰਦਾ, ਜਿਨ੍ਹਾਂ ਨੇ ਬਹੁਤ ਮਦਦ ਵੀ ਕੀਤੀ ਹੈ ਮੇਰੀ ਸੇਵਾ ਵਾਸਤੇ। ਚਲੋ, ਪਰ ਮੈਂ ਸਾਰੀ ਸੰਗਤ ਨੂੰ ਇਹੀ ਕਹਿੰਦਾ ਹੁੰਦਾ ਸੀ ਵੀ ਮੈਂ ਇਹ ਸੇਵਾ ਨਹੀਂ ਲੈਣਾ ਚਾਹੁੰਦਾ। ਤੇ ਕੋਸ਼ਿਸ਼ ਮੈਂ ਇਹੀ ਕਰ ਰਿਹਾ ਵੀ ਮੈਂ ਕੀਰਤਨ ਕਰਦਾ, ਵੀ ਮੈਂ ਆਪਦੀ ਦਸਾਂ ਨੋਹਾਂ ਦੀ ਕਿਰਤ ਨਾਲ ਹੀ ਗੁਰੂ ਸਾਹਿਬ ਦੀ ਸੇਵਾ ਕਰਾਂ। ਮੈਂ ਕਿਸੇ ਤੋਂ ਮੰਗਾ ਨਾ, ਕਿਉਂਕਿ ਮੰਗ ਕੇ ਗੱਲ ਉਹੀ ਹੋ ਜਾਂਦੀ, ਫਿਰ ਮੇਰੀ ਗੱਲ ਕੋਈ ਨਹੀਂ ਰਹਿ ਜਾਣੀ, ਮੇਰੀ ਸੇਵਾ ਨਹੀਂ ਰਹਿ ਜਾਣੀ। ਮੈਂ ਆਪਣੀ ਦਸਾਂ ਨੋਹਾਂ ਦੀ ਕਿਰਤ ਨਾਲ, ਜਿਹੜੀ ਮਹਾਰਾਜ ਨੇ ਮੈਨੂੰ ਗੁਣ ਦਿੱਤਾ ਹੈ ਕੀਰਤਨ ਦਾ, ਮੈਂ ਉਹ ਵੱਖੋ ਵੱਖਰੇ ਸਥਾਨਾਂ ਦੇ ਉੱਤੇ ਹੁਣ ਵੀ ਮੈਂ ਜਿੱਥੇ ਵੀ ਮੈਨੂੰ ਲੋੜ ਪੈਂਦੀ ਮੈਂ ਕੀਰਤਨ ਕਰਕੇ ਆਉਣਾ। ਜੋ ਵੀ ਭੇਟਾ ਹੁੰਦੀ ਹੈ ਗੁਰੂ ਸਾਹਿਬ ਦੇ ਉੱਤੇ, ਸੇਵਾ ਦੇ ਉੱਤੇ ਲੱਗ ਜਾਂਦੀ ਹੈ। ਸੋਨਾ ਜਿਹੜਾ ਰੱਤੀ ਸੋਨਾ 500-600 ਰੁਪਏ ਦਾ ਆਉਂਦਾ, ਉਹ ਵਿੱਚ ਪੈਂਦਾ। ਕੁਛ ਕੁ ਵਸਤੂਆਂ ਜਿਹੜੀਆਂ ਹੈਗੀਆਂ ਪਰਚੂਨ ਦੀ ਦੁਕਾਨ ਤੋਂ, ਜਿਹਨੂੰ ਆਪਾਂ ਕਹਿੰਦੇ ਹਾਂ ਪੰਸਾਰੀ ਤੋਂ ਮਿਲਦੀਆਂ, ਉਹ ਵਿੱਚ ਪਾ ਕੇ ਕਾਫੀ ਦਿਨ ਸਮਾਂ ਲੱਗ ਜਾਂਦਾ ਹੈ। ਆਵਾਜਾਈ ਦਾ ਖਰਚਾ ਪਾ ਕੇ ਕਾਫੀ, ਮਤਲਬ 2-2.5 ਹਜ਼ਾਰ ਦਾ ਖਰਚਾ ਸ਼ਾਹੀ ਦੇ ਉੱਤੇ ਆ ਜਾਂਦਾ। ਬਿਲਕੁਲ, ਇਹ ਗੱਲ ਜਿਹੜੀ ਆਪਾਂ ਕਰਦੇ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਸੀਂ ਜਿਹੜੀ ਲਿਖਤ ਕਰ ਰਹੇ ਹੋ, ਉਤਾਰਾ ਕਰ ਰਹੇ ਹੋ, ਤਾਂ ਇਹ ਤੁਸੀਂ ਪ੍ਰੋਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੇਰਾ ਖਿਆਲ 1430 ਅੰਗ ਨਹੀਂ, ਇੰਨੇ ਹੀ ਨਹੀਂ? ਹਾਂਜੀ, 1430 ਅੰਗਾਂ ਦੇ ਅਨੁਸਾਰ ਹੀ ਮੈਂ ਕਰ ਰਿਹਾ, ਕਿਉਂਕਿ 1430 ਅੰਗ ਹੀ ਤੁਸੀਂ ਜਿਹੜੇ ਪੂਰੇ ਉਤਾਰਾ ਕਰੋਗੇ, ਲਿਖਤ ਕਰੋਗੇ। ਹੁਣ ਤੱਕ ਤੁਸੀਂ ਕਿੰਨੇ ਅੰਗ ਜਿਹੜੇ ਲਿਖ ਚੁੱਕੇ ਹੋ? ਹੁਣ ਤਾਂ ਹੀ ਮੈਂ 20 ਅੰਗ ਕਰੀਬ ਲਿਖ ਚੁੱਕਿਆ, ਕਿਉਂਕਿ ਸ਼ਾਹੀ ਬਣਾਉਣ ਦੇ ਵਿੱਚ 20 ਦਿਨਾਂ ਦਾ ਗੈਪ ਪੈ ਜਾਂਦਾ। 20 ਦਿਨ ਸ਼ਾਹੀ ਬਣਾ ਕੇ ਫਿਰ ਅੱਗੇ ਲਿਖਣੀ ਪੈਂਦੀ ਹੈ। ਜੇ ਬਣਾ ਕੇ ਰੱਖ ਲੈਂਦੇ ਉਹ ਖਰਾਬ ਹੋ ਜਾਂਦੀ ਹੈ, ਤੇ ਇਸ ਕਰਕੇ ਫਿਰ ਉਹ ਸਮਾਂ ਵਿੱਚ ਪਾਉਣਾ ਪੈਂਦਾ। 20 ਦਿਨ ਲੱਗ ਜਾਂਦੇ ਨੇ, ਤੇ ਤਾਂ ਕਰਕੇ ਫਿਰ ਸਮਾਂ ਥੋੜ੍ਹਾ ਕਰਕੇ ਲਿਖ ਰਹੇ ਹਾਂ। ਇਹਦੇ ਵਿੱਚ ਮਟੀਰੀਅਲ ਖਾਸ ਤੌਰ 'ਤੇ ਕਿਹੜੀ ਜ਼ਰੂਰਤ ਪੈਂਦੀ ਹੈ? ਜਿਵੇਂ ਕਾਗਜ਼ ਖਾਸ ਹੋਊਗਾ, ਪੇਪਰ ਖਾਸ ਹੋਊਗਾ, ਕੋਈ ਆਮ ਪੇਪਰ ਤਾਂ ਵਰਤਿਆ ਨਹੀਂ ਜਾਂਦਾ ਹੋਣਾ। ਤੁਸੀਂ ਸ਼ਾਹੀ ਦੀ ਗੱਲ ਕੀਤੀ, ਸ਼ਾਹੀ ਦਾ ਸਾਰਾ ਮਟੀਰੀਅਲ ਇੱਥੋਂ ਮਿਲ ਜਾਂਦਾ? ਹਾਂਜੀ, ਸ਼ਾਹੀ ਦਾ ਸਾਰਾ ਮਟੀਰੀਅਲ ਇੱਥੋਂ ਪੰਜਾਬ 'ਚੋਂ ਮਿਲ ਜਾਂਦਾ ਆਪਣੇ, ਪਰ ਜਿਹੜਾ ਕਾਗਜ਼ ਆ ਆਪਣਾ ਉਹ ਇੱਥੋਂ ਨਹੀਂ ਮਿਲਦਾ। ਉਹ ਆਪਾਂ ਨੂੰ ਬਾਹਰੋਂ ਮੰਗਵਾਉਣਾ ਪੈਂਦਾ ਹੈ। ਉਹ ਹੈਂਡਮੇਡ ਕਾਗਜ਼ ਹੁੰਦੇ ਨੇ, ਵਾਟਰਪ੍ਰੂਫ ਜਿਹਨਾਂ ਨੂੰ ਕਹਿ ਦਈਏ, ਬਹੁਤ ਵਧੀਆ ਕਾਗਜ਼ ਹੁੰਦਾ ਹੈ, ਜਿਹਨੂੰ ਆਪਾਂ ਵੀ ਮਤਲਬ ਬਾਅਦ 'ਚ ਕਿਤੇ ਗੁਰੂ ਸਾਹਿਬ ਦੇ ਸਰੂਪ ਨੂੰ ਕੋਈ ਪਾਣੀ ਲੱਗੇ ਤਾਂ ਉਹ ਸ਼ਾਇਦ ਖਰਾਬ ਨਾ ਹੋਵੇ ਕਾਗਜ਼, ਇਸ ਤਰ੍ਹਾਂ ਦਾ। ਤਾਂ ਕਰਕੇ ਹੀ ਮਤਲਬ ਜਿਹੜਾ ਜੇ ਕਾਗਜ਼ ਹੋਊਗਾ, ਤਾਂ ਕਰਕੇ ਪੁਰਾਤਨ ਸਮੇਂ ਤੱਕ ਰਹਿ ਸਕਦਾ, ਕਾਫੀ ਸਮੇਂ ਤੱਕ ਰਹਿ ਸਕਦਾ, ਵੀ ਲੰਮੇ ਸਮੇਂ ਤੱਕ ਗੁਰੂ ਸਾਹਿਬ ਦਾ ਸਰੂਪ ਰਹਿ ਸਕਦੇ ਨੇ। ਵੀ ਉਹ ਕਾਗਜ਼ ਵਧੀਆ ਅਤੇ ਸ਼ਾਹੀ ਵਧੀਆ। ਸ਼ਾਹੀ ਹਰਬਲ ਹੈ, ਜੇ ਹਰਬਲ ਸ਼ਾਹੀ ਤੋਂ ਕੈਮੀਕਲ ਵਾਲੀ ਸ਼ਾਹੀ ਵਰਤਾਂਗੇ ਤਾਂ ਉਹ ਵੀ ਕਾਗਜ਼ ਖਰਾਬ ਹੋ ਜਾਊਗਾ। ਜੇ ਹਰਬਲ ਸ਼ਾਹੀ ਹੋਣ ਦੇ ਕਾਰਨ ਇਹ ਲੰਮੇ ਸਮੇਂ ਤੱਕ ਗੁਰੂ ਸਾਹਿਬ ਦੇ ਸਰੂਪ ਰਹਿਣਗੇ। ਜਿਹੜਾ ਤੁਸੀਂ ਮਟੀਰੀਅਲ ਵਰਤ ਰਹੇ ਹੋ, ਕਾਗਜ਼ ਵਰਤ ਰਹੇ ਹੋ, ਸ਼ਾਹੀ ਵਰਤ ਰਹੇ ਹੋ, ਚਾਹੇ ਉਹ ਪੈਨ ਪੈਨਸਨ, ਚਾਹੇ ਜੋ ਵੀ ਵਰਤ ਰਹੇ ਹੋ, ਇਹ ਜੋ ਸ਼੍ਰੋਮਣੀ ਕਮੇਟੀ ਦੇ ਵਿੱਚ ਵਰਤਿਆ ਜਾਂਦਾ, ਪ੍ਰੈਸ ਦੇ ਵਿੱਚ ਵਰਤਿਆ ਜਾਂਦਾ, ਉਹੀ ਸੇਮ ਵਰਤਦੇ ਹੋ ਜਾਂ ਤੁਹਾਡਾ ਵੱਖਰਾ ਕੋਈ ਫਾਰਮੂਲਾ, ਵੱਖਰਾ ਮਟੀਰੀਅਲ ਤੁਹਾਡੇ ਕੋਲ? ਦੇਖੋ ਜੀ, ਇਹ ਭਾਈ ਕਾਹਨ ਸਿੰਘ ਨਾਭਾ ਜੀ ਦੇ ਗ੍ਰੰਥ ਦੇ ਵਿੱਚ ਲਿਖਿਆ ਹੋਇਆ, ਮਹਾਨ ਕੋਸ਼ ਦੇ ਵਿੱਚ।
ਕਈ ਪੁਰਾਤਨ ਸਰੂਪਾਂ ਦੇ ਪਿੱਛੇ ਸ਼ਾਹੀ ਬਣਾਉਣ ਦਾ ਨੁਕਤਾ ਰੱਖਿਆ ਹੋਇਆ, ਉਹ ਅਸੀਂ ਵਰਤ ਰਹੇ ਹਾਂ। ਜਿਹੜਾ ਆਪਣੇ ਪ੍ਰੈਸਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਵਰਤ ਰਹੀ ਹੈ ਨਾ, ਉਹ ਤਾਂ ਵੈਸੇ ਆਪਣੀ ਕੈਮੀਕਲ ਵਾਲੀ ਸ਼ਾਹੀ ਹੁੰਦੀ ਹੈ। ਉਹ ਮਤਲਬ ਉਹ ਥੋੜ੍ਹੇ ਸਮੇਂ ਤੱਕ ਰਹਿਣ ਵਾਲੀ ਹੈ, ਉਹ 40-50 ਸਾਲਾਂ ਤੋਂ ਬਾਅਦ ਖਰਾਬ ਹੋ ਜਾਂਦੀ ਹੈ। ਅਤੇ ਇਹ ਜਿਹੜੀ ਸ਼ਾਹੀ ਹੈਗੀ ਉਹ ਲੰਬੇ ਸਮੇਂ ਤੱਕ ਤੁਰਨ ਵਾਲੀ ਸ਼ਾਹੀ ਹੈ, ਕਿਉਂਕਿ ਇਹ ਹੱਥੀਂ ਤਿਆਰ ਕਰਨ ਵਾਲੀ ਹੈ। ਤੁਸੀਂ ਗੱਲ ਕਰਦੇ ਸੀ ਮਨਿਆਦ ਦੀ ਕਿ ਲੰਮਾ ਸਮਾਂ ਗੁਰੂ ਸਾਹਿਬ ਦੇ ਸਰੂਪ ਜਿਹੜੇ ਰਹਿ ਸਕਦੇ ਨੇ, ਉਹ ਖਰਾਬ ਨਹੀਂ ਹੁੰਦੇ। ਕੀ ਆਪਾਂ ਕਿੰਨਾ ਟਾਈਮ ਇਹਨਾਂ ਦੀ ਮਨਿਆਦ ਕਹਿ ਸਕਦੇ ਹਾਂ, ਕਿੰਨਾ ਲੰਮਾ ਸਮਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਪ੍ਰਕਾਸ਼ 'ਚ ਰਹਿ ਸਕਦੇ ਨੇ? ਤੁਸੀਂ 50 ਸਾਲ ਦੇ ਲਗਭਗ ਕਹਿ ਰਹੇ ਹੋ ਕਿ ਸ਼੍ਰੋਮਣੀ ਕਮੇਟੀ ਜੋ ਸਰੂਪ ਛਾਪਦੀ ਹੈ ਉਹਨਾਂ ਦੀ ਮਨਿਆਦ ਤੁਸੀਂ 50 ਸਾਲ ਕਹਿ ਰਹੇ ਹੋ। ਹਾਂਜੀ, ਇਹ ਜਿਹੜੇ ਮਰ ਸਾਹਿਬ ਦੇ ਇਹ ਸਰੂਪ ਨੇ, ਇਹ ਕਰੀਬ 400-500 ਸਾਲ ਪੱਕਾ ਹੈਗਾ। ਜੇ ਉਦੋਂ ਬਾਅਦ ਚਲੋ ਮੈਂ ਤਾਂ ਹੋਣਾ ਨਹੀਂ ਉਸ ਸਮੇਂ ਨੂੰ, 400-500 ਸਾਲ ਬਾਅਦ ਸਿੱਖ ਕੌਮ ਦੇ ਵਿੱਚ ਵਿਦਵਾਨ ਪੈਦਾ ਹੋਏ, ਉਦੋਂ ਜੇ ਕੋਈ ਕਮੀ ਪੇਸ਼ੀ ਹੋਈ ਤਾਂ ਇਹਨਾਂ ਦੀ ਰਿਪੇਅਰ ਹੋ ਸਕਦੀ, ਫਿਰ ਉੱਦਾਂ ਦੇ ਹੋ ਜਾਣਗੇ। ਲਿਖ ਕਿੱਦਾਂ ਰਹੇ ਹੋ? ਕਈ ਤਰ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਹੋਈ ਆ, ਲੜੀਵਾਰ ਵੀ ਹੋਈ ਆ, ਅਲੱਗ-ਅਲੱਗ ਤਰੀਕੇ ਜਿਹੜੇ ਲੜੀਵਾਰ ਤੋਂ ਬਾਅਦ ਕੱਟ ਕੇ ਵੀ ਹੋਈ ਆ, ਕਿਉਂਕਿ ਸਰਲ ਤੇ ਸੌਖੇ ਤਰੀਕੇ ਨਾਲ ਹਰ ਇਨਸਾਨ ਪੜ੍ਹ ਤੇ ਸਮਝ ਸਕੇ। ਇਸ ਤੋਂ ਬਾਅਦ ਥੱਲੇ ਜਿਹੜੇ ਉਹਨਾਂ ਦੇ ਅਰਥ ਵੀ ਦਿੱਤੇ ਗਏ ਸੀ। ਤੁਸੀਂ ਕਿਸ ਤਰ੍ਹਾਂ ਲਿਖ ਰਹੇ ਹੋ? ਅਰਥਾਂ ਸਮੇਤ ਲਿਖ ਰਹੇ ਹੋ, ਤੋੜ ਕੇ ਲਿਖ ਰਹੇ ਹੋ, ਅਲੱਗ-ਅਲੱਗ ਤਰੀਕੇ ਲਿਖ ਰਹੇ ਹੋ, ਜਾਂ ਲੜੀਵਾਰ ਲਿਖ ਰਹੇ ਹੋ? ਮੈਂ ਤਾਂ ਭਾਈ ਸਾਹਿਬ ਪੁਰਾਤਨ ਜਿੱਦਾਂ ਲਿਖਿਆ ਜਾਂਦਾ ਸੀਗਾ ਲੜੀਵਾਰ ਸਰੂਪ ਲਿਖ ਰਿਹਾ ਹਾਂ। ਕਾਰਨ ਇਹ ਹੈ ਕਿਉਂਕਿ ਸੌਖਾ ਕਰਕੇ ਕਿਸੇ ਨੂੰ ਦੇ ਦੇਣਾ, ਪਰੋਸ ਕੇ ਦੇ ਦੇਣਾ, ਸੌਖਾ ਕਰਕੇ ਜੇ ਅਸੀਂ ਕਿਸੇ ਨੂੰ ਕੁਛ ਪਰੋਸ ਕੇ ਦੇ ਦਈਏ ਨਾ, ਉਹਨੂੰ ਉਹਦੀ ਕਦਰ ਨਹੀਂ ਰਹਿੰਦੀ, ਖੋਜਦਾ ਨਹੀਂ ਉਹ। ਜੇ ਹੁਣ ਇਸ ਤਰ੍ਹਾਂ ਦੀ ਲਿਖੀ ਵੀ ਬਾਣੀ ਨੂੰ 3-4 ਵਾਰੀ ਬੰਦਾ ਸੋਧ ਕੇ ਸੰਥਿਆ ਕਰੂਗਾ, ਫਿਰ ਪੜ੍ਹੀ ਜਾਣੀ ਹੈ, ਇਹ ਨਹੀਂ ਪੜ੍ਹੀ ਜਾਣੀ। ਅਤੇ ਬਾਣੀ ਕਿਤੇ ਸੌਖਾ ਕੰਮ ਨਹੀਂ ਪੜ੍ਹਨਾ। ਅਤੇ ਤਾਂ ਕਰਕੇ ਅੱਜ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਗ੍ਰੰਥੀ ਇਹੋ ਜਿਹੇ ਨੇ ਜਿਹੜੇ ਬਾਣੀ ਦਾ ਗਲਤ ਉਚਾਰਨ ਕਰੀ ਜਾਂਦੇ। ਉਹਨਾਂ ਨੇ ਕਿਤੇ ਸਿੱਖੀ ਨਹੀਂ, ਉਹ ਸਿਰਫ ਪਦਛੇਦ ਹੋਣ ਕਾਰਨ ਉਹ ਪੜ੍ਹ ਲੈਂਦੇ ਨੇ। 5 ਪੜ੍ਹੇ ਨੇ, ਪੰਜਾਬੀ ਪੜ੍ਹ ਲੈਂਦੇ ਨੇ, ਉਹ ਪੜ੍ਹ ਲੈਂਦੇ ਨੇ, ਪਰ ਬਹੁਤ ਸਾਰੇ ਅੱਖਰਾਂ ਦੀ ਬਹੁਤ ਸਾਰੀਆਂ ਅਰਥਾਂ ਦੇ ਅਨਰਥ ਕਰੀ ਜਾਂਦੇ ਨੇ। ਗੱਲ ਤੁਸੀਂ ਸਿੱਖੀ ਦੀ ਕੀਤੀ ਹੈ। ਵੈਸੇ ਸਿੱਖੀ ਦਾ ਨਾਮ ਹੀ ਐਸਾ ਕਿ ਸਾਰੀ ਉਮਰ ਸਿੱਖਣਾ, ਸਿੱਖੀ ਦਾ ਨਾਮ ਹੀ ਕਹਿੰਦੇ ਸਿੱਖਣਾ। ਅਤੇ ਤੁਸੀਂ ਲਿਖ ਰਹੇ ਹੋ, ਤੁਸੀਂ ਗੱਲ ਸਿੱਖਣ ਦੀ ਵੀ ਕੀਤੀ ਆ, ਗਿਆਨ ਦੀ ਗੱਲ ਕੀਤੀ ਆ, ਸਰਲ ਤਰੀਕੇ ਕੀਤੀ ਆ ਕਿ ਉਹ ਕੰਮ ਹੀ ਕਾਹਦਾ ਜਿਹੜੇ ਸਰਲ ਤਰੀਕੇ ਹੋ ਜੇ। ਤੁਸੀਂ ਕਿਹਨਾਂ ਤੋਂ ਸਿੱਖਿਆ ਲਈ ਆ, ਕਿਹਨਾਂ ਤੋਂ ਗਿਆਨ ਲਿਆ? ਤੁਸੀਂ ਤੁਹਾਡੇ ਗੁਰੂ ਕੌਣ ਨੇ? ਦੇਖੋ ਜੀ, ਪਹਿਲਾਂ ਤਾਂ ਡਾਕਟਰ ਅਮਰੀਕ ਸਿੰਘ ਜੀ, ਗੁਰੂ ਨਾਨਕ ਯੂਨੀਵਰਸਿਟੀ, ਉਹਨਾਂ ਤੋਂ ਬਹੁਤ ਸਾਰਾ ਗਿਆਨ ਲਿੱਤਾ। ਫਿਰ ਇੱਕ ਮਹਿਤਾਬ ਸਿੰਘ ਜੀ ਹੈਗੇ ਨੇ, ਉਹਨਾਂ ਤੋਂ ਥੋੜ੍ਹਾ ਜਿਹਾ ਅਖਰੀ ਗਿਆਨ ਲਿਆ। ਫਿਰ ਮੇਰੇ ਵੀਰ, ਵੱਡੇ ਵੀਰ, ਉਹਨਾਂ ਨਾਲ ਬੜਾ ਪ੍ਰੇਮ ਆ ਮੇਰਾ, ਭਾਈ ਸਾਹਿਬ ਸਿੰਘ ਜੀ ਕੈਲੀਗ੍ਰਾਫੀ ਦੇ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਉੱਚੇ ਪੱਧਰ ਦੇ ਉਸਤਾਦ ਨੇ ਕੈਲੀਗ੍ਰਾਫੀ ਦੇ, ਉੱਦਾਂ ਟੀਚਰ ਵੀ ਨੇ। ਉਹਨਾਂ ਨੇ ਬੜਾ ਪਿਆਰ ਮੇਰੇ ਨਾਲ ਇੱਥੇ ਆਉਂਦੇ ਵੀ ਨੇ, ਬਹੁਤ ਸਾਰਾ ਗਿਆਨ ਵੀ ਦਿੱਤਾ, ਸ਼ਾਹੀ ਬਣਾਉਣ ਦੇ ਵਿੱਚ ਵੀ ਤਰੀਕੇ ਵੀ ਦੱਸੇ। ਅਤੇ ਚਲੋ ਗੁਰੂ ਸਾਹਿਬ ਨੇ ਬੜੇ ਚੰਗੇ ਮਿੱਤਰਾਂ ਦੀ ਕਿਰਪਾ ਕੀਤੀ। ਅਤੇ ਅਸਲ ਤੌਰ 'ਤੇ ਗੁਰੂ ਅਤੇ ਗੁਰੂ ਗ੍ਰੰਥ ਸਾਹਿਬ ਵੀ ਨੇ, ਉਸਤਾਦ ਨੇ, ਪਰ ਹੋਰ ਉਹਨਾਂ ਨੇ ਬਹੁਤ ਸਾਰੇ ਜਿਹੜੇ ਸੱਜਣ ਮਿੱਤਰ ਇਹੋ ਜਿਹੇ ਟਕਰਾਤੇ, ਜਿੱਥੇ ਵੱਖੋ ਥਾਵਾਂ ਦੇ ਉੱਤੋਂ ਮੈਨੂੰ ਵੱਖਰੀਆਂ ਚੀਜ਼ਾਂ ਸਿੱਖਣੀਆਂ ਮਿਲੀਆਂ। ਇੱਕ ਥਾਂ ਤੋਂ ਮੈਨੂੰ ਕਿਤੋਂ ਵੀ ਸਰੂਪ ਦੀ ਜੋ ਵੀ ਸਾਰੀ ਸੇਵਾ ਸਿੱਖਣ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਪੰਜਾਬੀ ਯੂਨੀਵਰਸਿਟੀ 'ਚੋਂ, ਇੱਧਰੋਂ ਅੰਮ੍ਰਿਤਸਰੋਂ ਜਾਂ ਮੁਕਤਸਰ ਸਾਹਿਬ ਤੋਂ, ਜਾਂ ਵੀਰ ਜੀ ਜਿੱਥੋਂ ਵੀ ਜਿਹੜੇ ਸੱਜਣ ਮਿੱਤਰ ਇਸ ਸੰਬੰਧ ਦੇ ਨਾਲ ਜੁੜੇ ਨੇ, ਉਹਨਾਂ ਨੇ ਮੈਨੂੰ ਗਿਆਨ ਦਿੱਤਾ ਜੀ। ਗੱਲ ਕਰੀ ਵੀਰੇ ਆਪਾਂ ਖਰਚੇ ਦੀ, ਸ਼ਾਹੀ ਕਿੰਨੇ ਕੁ ਦੀ ਪੈਂਦੀ ਹੈ? ਜੇ ਆਪਾਂ ਇੱਕ ਅੰਗ ਦੀ ਗੱਲ ਕਰ ਲਈਏ, ਇੱਕ ਅੰਗ 'ਤੇ ਸਾਰੀ ਸ਼ਾਹੀ ਕਿੰਨੇ ਕੁ ਖਰਚ ਜਿਹੜਾ ਆਉਂਦਾ ਉੱਤੇ ਵਰਤਿਆ ਜਾਂਦਾ? ਔਰ ਜਿਹੜਾ ਇੱਕ ਅੰਗ ਆ ਜਾਂ ਉਹਨੂੰ ਕਹ ਲਈਏ ਸ਼ੀਟ ਆ, ਉਹ ਕਿੰਨੇ ਕੁ ਦੀ ਆਉਂਦੀ? ਉਹਦਾ ਖਰਚ ਕਿੰਨਾ ਕੁ ਹੁੰਦਾ? ਇੱਕ ਜਿਹੜੇ ਮਰ ਸਾਹਿਬ ਦਾ ਇੱਕ ਅੰਗ ਹੈ ਨਾ ਜੀ, ਉਹ 80 ਕੁ ਰੁਪਏ ਦੀ ਸ਼ੀਟ ਪੈ ਜਾਂਦੀ ਜੀ। ਅਤੇ ਉਹਦੇ ਉੱਤੇ ਜਿਹੜੀ ਸ਼ਾਹੀ ਲੱਗ ਜਾਂਦੀ ਹੈ ਜੀ, 3 ਅੰਗਾਂ ਦੇ ਉੱਤੇ ਸ਼ਾਹੀ, 3 ਅੰਗਾਂ ਦੇ ਉੱਤੇ ਸ਼ਾਹੀ ਕਰੀਬ 500-600 ਰੁਪਏ ਦੀ ਸ਼ਾਹੀ ਲੱਗ ਜਾਂਦੀ ਹੈ ਜੀ। ਵੱਧ ਵੀ ਲੱਗ ਸਕਦੀ, 800-900 ਰੁਪਏ ਦੀ ਕਰੀਬ ਲੱਗ ਜਾਂਦੀ ਹੈ ਸ਼ਾਹੀ। ਮੈਂ ਅਨੁਮਾਨ ਨਹੀਂ ਲਾਇਆ ਪੂਰਾ ਪੱਕਾ ਕਦੇ, ਪਰ ਕਾਫੀ ਖਰਚਾ ਆ ਜਾਂਦਾ 3 ਅੰਗਾਂ 'ਤੇ ਜੀ। ਮਨਕੀਰਤ ਵੀਰੇ ਗੱਲ ਕਰੀਏ ਆਪਾਂ, ਇਹ ਸਾਰਾ ਟੋਟਲ ਖਰਚਾ ਤੁਸੀਂ ਜੇ ਆਪਾਂ ਗਿਣੀਏ 1430 ਦੇ 1430 ਅੰਗ ਜਿਹੜੀ ਲਿਖਤ ਕਰਨੀ ਹੈ, ਅਤੇ ਕਿੰਨਾ ਕੁ ਖਰਚਾ ਆ ਜੂਗਾ ਸਾਰਾ? ਦੇਖੋ ਜੀ, ਪਹਿਲਾਂ ਤਾਂ ਮੈਂ ਛਾਪਾ ਜਿਹੜਾ ਕਰ ਰਿਹਾ ਸੀ, ਜਿਹੜਾ ਸਾਈਡ ਵਾਲੀ ਮੀਨਾਕਾਰੀ ਸੀਗੀ, ਉਹਦਾ ਛਾਪਾ ਮੈਂ ਇਸ ਤਰ੍ਹਾਂ ਹੀ ਕਰ ਰਿਹਾ ਸੀ। ਉਹ ਫਿਰ ਵੀਰ ਜਿਹੜੇ ਸਾਹਿਬ ਸਿੰਘ ਜੀ, ਉਹ ਕਹਿੰਦੇ ਵੀ ਤੂੰ ਬਾਕੀ ਤਾਂ ਸਾਰੀ ਹਰਬਲ ਸ਼ਾਹੀ ਵਰਤ ਰਿਹਾ, ਸਾਈਡ ਦੇ ਉੱਤੇ ਮੈਂ ਦੂਸਰੀ ਕੈਮੀਕਲ ਇੰਕ ਵਰਤਿਆ, ਮੈਂ ਉਹ ਖਰਾਬ ਹੋ ਜੂਗਾ। ਫਿਰ ਉਹ ਜਿਹੜੀ ਮੀਨਾਕਾਰੀ ਵਾਲਾ ਜਿਹੜਾ ਹੈਗਾ, ਉਹ ਵੀ ਹੱਥ ਨਾਲ ਕਰਨਾ ਸਾਰਾ, ਜੈਲੋ ਇੰਕ ਬਣਾ ਕੇ ਜਾਂ ਪੀਲੀ ਇੰਕ ਬਣਾ ਕੇ, ਅਤੇ ਦੂਸਰੀ ਹਰੀ ਬਣਾ ਕੇ ਉਹਦੇ ਵਿੱਚ ਵੀ 골ਡ ਲਾਣਾ,
ਗੋਲਡ ਲਾ ਕੇ ਥੋੜਾ ਸੋਹਣਾ ਕਰਕੇ, ਤੇ ਫਿਰ ਇਹਦੇ ਉੱਤੇ ਤਕਰੀਬਨ ਮੇਰੇ ਹਿਸਾਬ ਨਾਲ ਪਹਿਲਾਂ ਮੈਂ 8 ਤੋਂ 10 ਲੱਖ ਰੁਪਇਆ ਕਹਿੰਦਾ ਸੀ, ਹੁਣ ਕਰੀਬ 15-20 ਲੱਖ ਰੁਪਇਆ ਇਹ 'ਤੇ ਆਉਣਾ ਸਾਰਾ ਖਰਚਾ, ਕਿਉਂਕਿ ਮੈਂ ਸੋਚਦਾ ਵੀ ਜਿਹੜੀ ਮਹਾਰਾਜ ਸਾਹਿਬ ਦੀ ਜਿਲਤ ਵੀ ਆ ਨਾ ਉਹ ਸੋਨੇ ਦੀ ਬੰਨੀ ਜਾਵੇ। ਤੁਸੀਂ ਗੱਲ ਸੋਨੇ ਦੀ ਕੀਤੀ ਆ, ਸ਼ਾਹੀ ਵੀ ਸੋਨੇ ਦੀ ਵਰਤਦੇ ਹੋ ਔਰ ਜੈਲਤ ਦੀ ਵੀ ਗੱਲ ਕਰਦੇ ਹੋ। ਜੇ ਸ਼ਾਹੀ ਦੀ ਗੱਲ ਕਰੀਏ, ਖਾਸ ਤੌਰ ਤੇ ਤੁਸੀਂ ਸ਼ਾਹੀ ਜਿਹੜੀ ਸੋਨੇ ਦੀ ਕਿਉਂ ਵਰਤ ਰਹੇ ਹੋ? ਇਹਦੇ ਵਿੱਚ ਕਾਰਨ ਕੀ ਆ, ਜਾਂ ਕੋਈ ਖੂਬੀ ਆ, ਜਾਂ ਕੋਈ ਵਿਲੱਖਣਤਾ ਇਹਦੇ ਵਿੱਚ? ਵਿਲੱਖਣਤਾ ਇਹੀ ਹੈ ਭਾਈ ਸਾਹਿਬ, ਪੁਰਾਤਨ ਸਮੇਂ ਦੇ ਵਿੱਚ ਨਾ ਜਦੋਂ ਸਰੂਪ ਲਿਖੇ ਜਾਂਦੇ ਸੀ, ਲਾਈਟ ਨਹੀਂ ਹੁੰਦੀ ਸੀ, ਦੀਵਾ ਬਾਲ ਕੇ ਨਾ ਅੱਖਰ ਸੋਨੇ ਕਰਕੇ ਉੱਭਰਦੇ ਹੁੰਦੇ ਸੀ। ਤੇ ਇੱਕ ਗੱਲ ਹੋਰ ਹੈ, ਅੱਜ ਦੇ ਸਮੇਂ ਵੀ ਜਿਹੜਾ ਸਿੰਘ ਇਸ ਸ਼ਾਹੀ ਦੇ ਲਿਖੇ ਹੋਏ ਸਰੂਪ ਨੂੰ ਪੜ੍ਹੂਗਾ, ਮੇਰੇ ਹਿਸਾਬ ਦੇ ਨਾਲ ਉਹਦੀ ਅੱਖਾਂ ਦੀ ਲਾਈਟ ਨਹੀਂ ਘਟੂਗੀ। ਜਦੋਂ ਅਸੀਂ ਪੜ੍ਹਦੇ ਹਾਂ, ਦੇਖਦੇ ਹਾਂ ਰੌਸ਼ਨੀ ਦੇ ਵਿੱਚ ਵੀ ਮਹਾਰਾਜ ਸਾਹਿਬ ਦੇ ਸਰੂਪ ਦੇ ਅੱਖਰ ਇੱਦਾਂ ਉੱਭਰਦੇ ਹੁੰਦੇ, ਲਾਈਟ ਦੇ ਜ਼ੋਰ ਨਹੀਂ ਪੈਂਦਾ। ਮੈਨੂੰ ਇੰਨਾ ਕੁ ਅਨੁਮਾਨ ਹੈਗਾ ਵੀ ਜਦੋਂ ਮੈਂ ਲਿਖਦਾ ਹੁੰਦਾ ਮੇਰੇ ਅੱਖਾਂ ਦਾ ਜ਼ੋਰ ਨਹੀਂ ਪੈਂਦਾ। ਜੇ ਅੱਖਾਂ ਦਾ ਜ਼ੋਰ ਨਹੀਂ ਪਊਗਾ ਤਾਂ ਅੱਖਾਂ ਦੀ ਲਾਈਟ ਨਹੀਂ ਘਟੂਗੀ ਜਿਹੜਾ ਇਸ ਪਾਣੀ ਨੂੰ ਪੜੂਗਾ। ਇਹ ਆਪਾਂ ਗੱਲ ਕਰੀ ਵੀਰੇ, ਇਹ ਕਿੰਨੇ ਕੁ ਟਾਈਮ ਦੇ ਵਿੱਚ ਤੁਸੀਂ ਜਿਹੜਾ ਮਹਾਰਾਜ ਦੇ ਸਰੂਪ ਪੂਰਨ ਰੂਪ ਦੇ ਵਿੱਚ ਜਿਹੜੀ ਲਿਖਤ ਕਰ ਦੋਗੇ, ਉਤਾਰਾ ਲਾ ਦੋਗੇ? ਇਹ ਮੈਂ ਕਰੀਬ 5-6 ਸਾਲ ਲੱਗ ਜਾਣਗੇ ਵੀ ਸਾਰਾ ਕੁਝ ਕਰਕੇ, ਮੀਨਾਕਾਰੀ ਕਰਕੇ, ਜੋ ਵੀ ਹੋਏਗਾ ਸਾਰਾ। ਮੈਂ ਆਪਣੇ ਜੀਵਨ ਦੇ ਵਿੱਚ ਇਹ ਨਹੀਂ ਹੈਗਾ ਵੀ ਇੱਕ ਹੀ ਸਰੂਪ ਲਿਖਣਾ, ਮੈਂ ਆਪਣੇ ਜੀਵਨ ਦੇ ਵਿੱਚ ਟੀਚਾ ਕਿਸੇ ਦਾ ਇਨਸਾਨ ਦਾ, ਚਲੋ ਗੁਰੂ ਸਾਹਿਬ ਨੇ ਸਵਾਸ ਜੇ ਤਾਂ ਨਾ ਬਖਸ਼ੇ ਹੋਏ ਤਾਂ ਵੱਖਰੀ ਗੱਲ ਹੈ, ਨਹੀਂ ਮੈਂ ਆਪਣੇ ਜੀਵਨ ਦੇ ਵਿੱਚ 5 ਸਰੂਪ ਲਿਖਣ ਦੀ ਇੱਛਾ ਰੱਖਦਾ ਵੀ 5 ਸਰੂਪ ਲਿਖਾਂ ਵੱਖੋ ਵੱਖਰੀਆਂ ਭਾਸ਼ਾਵਾਂ ਦੇ ਵਿੱਚ, ਉਰਦੂ ਦੇ ਵਿੱਚ, ਚਾਈਨਾ ਦੇ ਵਿੱਚ, ਜਿਹੜੀ ਵੀ ਭਾਸ਼ਾ ਹੈਗੀ ਹੈ, ਜਿੱਥੇ ਵੀ ਹੋ ਸਕਦਾ ਵੀ ਵੱਧ ਮਹਾਰਾਜ ਦਾ ਪ੍ਰਚਾਰ ਹੋ ਸਕੇ, ਅਰਬੀ, ਫਾਰਸੀ, ਉਰਦੂ ਜਿਹੜੀ ਵੀ ਹੈਗੀ ਹੈ, ਵੀ ਬਹੁਭਾਸ਼ੀ ਦੇ ਵਿੱਚ ਮਹਾਰਾਜ ਸਾਹਿਬ ਦੇ ਸਰੂਪਾਂ ਦੀ ਸੇਵਾ ਕੀਤੀ ਜਾਵੇ। ਤੁਸੀਂ ਖਰਚੇ ਦੀ ਬੜੀ ਗੱਲ ਕੀਤੀ ਹੈ, ਮਹਿੰਗਾ ਖਰਚਾ, ਤੁਸੀਂ ਕਹਿੰਦੇ 15 ਕੁ ਲੱਖ ਦੇ ਲਗਭਗ ਖਰਚਾ ਆ ਸਕਦਾ। ਖਰਚਾ ਫਿਰ ਤੁਸੀਂ ਆਪਣਾ ਕਿਸ ਤਰ੍ਹਾਂ ਚਲਾਉਂਦੇ ਹੋ? ਤੁਸੀਂ ਜਿਹੜਾ ਆਪਣੇ ਪਰਿਵਾਰਕ ਤੌਰ 'ਤੇ ਚਲਾਉਂਦੇ ਹੋ, ਜਾਂ ਤੁਸੀਂ ਕੋਈ ਜੌਬ ਕਰਦੇ ਹੋ, ਜਾਂ ਤੁਹਾਡੀ ਕੋਈ ਆਪਣਾ ਕਮਾਈ ਦਾ ਸਾਧਨ ਆ, ਕੋਈ ਸੋਰਸ ਹੈ, ਜਾਂ ਤੁਹਾਨੂੰ ਕੋਈ ਸ਼੍ਰੋਮਣੀ ਕਮੇਟੀ ਦੇ ਰਹੀ ਹੈ? ਕਿਸ ਤਰ੍ਹਾਂ ਚੱਲਦਾ ਸਾਰਾ ਖਰਚਾ? ਹਾਲੇ ਤੱਕ ਤਾਂ ਵੀਰ ਜੀ ਮੇਰੇ ਕੋਲੇ ਕੋਈ ਕਮਾਈ ਦਾ ਸਾਧਨ ਵੀ ਹੈ ਨਹੀਂ। ਚਲੋ ਮੈਂ ਕੀਰਤਨ ਕਰਦਾ, ਉਹਦੀ ਜਿਹੜਾ ਸੇਵਾ ਹੁੰਦੀ ਹੈ ਉਹ ਮਹਾਰਾਜ ਸਾਹਿਬ ਦੇ ਸਰੂਪ ਦੇ ਉੱਤੇ ਲੱਗ ਜਾਂਦੀ ਹੈ, ਤੇ ਚਲੋ ਉਹਦੇ ਵਿੱਚ ਵੀ ਬੜੀਆਂ ਮੁਸ਼ਕਲਾਂ ਆਉਂਦੀਆਂ, ਕਿਉਂਕਿ ਹਾਲੇ ਇੰਨੀ ਪਹਿਚਾਣ ਨਹੀਂ ਬਣੀ ਕੋਈ ਕੀਰਤਨ ਦੀ। ਉਹ ਕੋਈ ਮਹੀਨੇ ਦੇ ਵਿੱਚ 1-2-3 ਪ੍ਰੋਗਰਾਮ ਜਿਹੜੇ ਆ ਜਾਂਦੇ ਨੇ, ਉਹ ਕੀਰਤਨ ਕਰਕੇ ਚਲੋ ਸੇਵਾ ਤੇ ਮਿਲ ਜਾਂਦੀ ਹੈ। ਤੇ ਪਰ ਫਿਰ ਵੀ ਸ਼੍ਰੋਮਣੀ ਕਮੇਟੀ ਨੇ ਕੁਛ, ਮੇਰਾ ਪਰਿਵਾਰ ਵੀ ਬੜੀ ਸਹਾਇਤਾ ਕਰਦਾ, ਮਦਦ ਕਰਦਾ ਵੀ ਮੈਨੂੰ ਹੱਲਾਸ਼ੇਰੀ ਦਿੰਦਾ। ਮਾਇਆ ਦੇ ਤੌਰ 'ਤੇ ਤਾਂ ਨਹੀਂ ਦੇ ਸਕਦੇ ਕਿਉਂਕਿ ਅਸੀਂ ਪਹਿਲਾਂ ਹੀ ਲੋੜਵੰਦ ਪਰਿਵਾਰ ਦੇ ਵਿੱਚੋਂ ਆ, ਤੇ ਪਰ ਮੇਰੀ ਹੱਲਾਸ਼ੇਰੀ ਬੜਾ ਦਿੰਦੇ। ਤੇ ਗੁਰੂ ਸਾਹਿਬ ਸਮਰੱਥ ਨੇ, ਉਹ ਮੇਰੇ ਨਾਲ ਨੇ, ਉਹ ਹਰ ਕਾਰਜ ਆਪ ਹੀ ਕਰ ਰਹੇ ਨੇ। ਇੰਨਾ ਸਕੂਨ ਮਿਲ ਰਿਹਾ ਵੀ ਸਤਿਗੁਰੂ ਕਿਰਪਾ ਹੀ ਕਰ ਰਹੇ ਨੇ ਸਾਰੇ ਕਾਰਜ, ਮੈਨੂੰ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਹੁੰਦੀ। ਸ਼੍ਰੋਮਣੀ ਕਮੇਟੀ ਨਹੀਂ ਕੋਈ ਸੰਯੋਗ ਕਰ ਰਹੀ ਨਾਲ ਤੁਹਾਡੇ? ਹਾਲੇ ਤੱਕ ਨਹੀਂ ਕੀਤਾ। ਉਹਨਾਂ ਨੇ ਵੈਸੇ ਮੈਨੂੰ ਕਿਹਾ ਵੀ ਤੁਹਾਡੀ ਸਹਾਇਤਾ ਕਰਾਂਗੇ, ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਵੀ ਮੈਂ ਤੁਹਾਡੀ ਸਹਾਇਤਾ ਕਰਨਾ ਚਾਹੁੰਦਾ, ਤੇ ਉਹ ਕਰਨਗੇ ਵੀ। ਤੇ ਚਲੋ ਜਦੋਂ ਉਹਨਾਂ ਦੇ ਮਨ ਮੇਰ ਗੁਰੂ ਸਾਹਿਬ ਨੇ ਪਾਈ ਤੇ ਉਹ ਕਰਨਗੇ ਜ਼ਰੂਰ। ਗੱਲ ਤੁਸੀਂ ਕਰਦੇ ਸੀ ਪਰਿਵਾਰ ਦੀ, ਕਿ ਪਰਿਵਾਰ ਪੈਸੇ ਦੀ ਜਿਹੜੇ ਪੱਖੋਂ ਮਦਦ ਨਹੀਂ ਕਰ ਸਕਦਾ। ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਨੇ? ਫਾਦਰ ਸਾਹਿਬ ਕੀ ਕਰਦੇ ਨੇ, ਤੁਹਾਡੇ ਮਦਰ ਕੀ ਕਰਦੇ ਨੇ, ਤੁਹਾਡੇ ਬ੍ਰਦਰ ਕੀ ਕਰਦੇ ਨੇ? ਜਿਹੜਾ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਨੇ, ਆਰਥਿਕ ਪੱਖ ਤੋਂ ਕਿਸ ਤਰ੍ਹਾਂ ਤੁਸੀਂ? ਆਪ ਜੀ ਪਰਿਵਾਰ ਦੇ ਵਿੱਚ ਜਾਣਦੇ ਹੋ ਵੀ ਛੋਟੇ ਪਰਿਵਾਰਾਂ ਦੇ ਵਿੱਚ ਕੋਈ ਬਹੁਤਾ ਨਹੀਂ ਹੁੰਦਾ ਕਮਾਈ ਦਾ ਸਾਧਨ। ਮੇਰੇ ਫਾਦਰ ਸਾਹਿਬ ਮਜ਼ਦੂਰੀ ਕਰਦੇ ਨੇ ਕੁਛ, ਤੇ ਨਾਲ ਹੀ ਮੇਰੇ ਮਦਰ ਚਲੋ ਘਰੇ ਹੀ ਆਪਣਾ ਹਾਊਸ ਵਾਈਫ ਨੇ ਜੋ ਕੰਮ ਕਰਦੇ ਨੇ ਘਰੇ ਆਪਦਾ, ਤੇ ਵੀਰ ਜੀ ਹੁਣੇ ਵੀ ਚਲੋ ਮਜ਼ਦੂਰੀ ਕਰਦੇ ਨੇ। ਤੇ ਨਾ ਕੋਈ ਪਰਿਵਾਰ ਦੇ ਵਿੱਚ ਐਡੀ ਕੋਈ ਸਰਕਾਰੀ ਨੌਕਰੀ ਵਾਲਾ ਵੀ ਹੈ ਨਹੀਂ। ਚਲੋ ਗੁਰੂ ਸਾਹਿਬ ਦੀ ਕਿਰਪਾ ਇੰਨੀ ਕਹਿ ਵੀ ਸੁੱਖ ਆਨੰਦ ਬਖਸ਼ਿਆ ਪਿਆ, ਸ਼ੁਕਰ ਤੇ ਸਬਰ ਬੜਾ ਬਖਸ਼ਿਆ ਮਹਾਰਾਜ ਨੇ। ਤੇ ਪਰਿਵਾਰ ਇੱਕ ਹੱਲਾਸ਼ੇਰੀ ਦੇ ਦੇਵੇ ਨਾ, ਪਰਿਵਾਰ ਦੇ ਵਿੱਚ ਇੱਕ ਕਹਿੰਦੇ ਹੱਲਾਸ਼ੇਰੀ ਦੇ ਦੇਵੇ, ਉਹੀ ਬੜਾ ਹੁੰਦਾ ਹੈ। ਤੇ ਉਹ ਹੱਲਾਸ਼ੇਰੀ ਦੇਣ ਵਾਲੇ ਨਾਲ ਨੇ, ਤੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਵੀ ਹੁਣ ਤਾਈਂ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਪਈ। ਚਲੋ ਵੀਰ ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ, ਤੇ ਪਰਿਵਾਰ ਦੇ ਵਿੱਚ ਵੀ ਚੜ੍ਹਦੀ ਕਲਾ ਬਖਸ਼ਣਾ। ਆਪਾਂ ਹੋਰ ਕੁਛ ਨਹੀਂ ਮੰਗਦੇ, ਇਹ ਵੀ ਨਹੀਂ ਕਿ ਵੀ ਸਾਨੂੰ ਧਨ ਦੌਲਤ ਬਹੁਤਾ ਮਿਲੇ, ਨਹੀਂ, ਗੁਰੂ ਸਾਹਿਬ ਬਸ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ਣ, ਇੱਦਾਂ ਸੇਵਾ ਦਾ ਮੌਕਾ ਦੇ। ਹੁਣ ਤੱਕ ਖਰਚਾ ਕਿੰਨਾ ਕਰ ਚੁੱਕੇ ਹੋ ਜੀ ਤੁਸੀਂ? ਕਰੀਬ 2-2.5 ਲੱਖ ਰੁਪਇਆ ਹੋ ਚੁੱਕਿਆ ਮੇਰਾ। ਹਾਲੇ ਤੱਕ 2-2.5 ਲੱਖ ਰੁਪਇਆ ਮੈਂ ਮਹਾਰਾਜ ਸਾਹਿਬ ਦੇ ਸਰੂਪ ਦੇ ਉੱਤੇ ਲਾ ਚੁੱਕਿਆ। ਤੁਸੀਂ ਇਕੱਲਾ ਕੀਰਤਨ ਕਰਦੇ ਹੋ ਜਾਂ ਨਾਲ ਹੋਰ ਵੀ ਕੋਈ ਜੌਬ ਕਰਦੇ ਹੋ ਜੀ? ਹੋਰ ਕੋਈ ਨਹੀਂ, ਪਹਿਲਾਂ ਮੈਂ ਸਕੂਲ ਦੇ ਵਿੱਚ ਕਰਦਾ ਹੁੰਦਾ ਸੀ ਇਹ, ਤੇ ਗੁਰੂ ਸਾਹਿਬ ਦੀ ਐਡੀ ਕਿਰਪਾ, ਦੇਖੋ ਮਾਨ ਵੀ ਨਹੀਂ ਕਰ ਰਹੇ, ਪਰ ਵੀਰਾਂ ਨੇ ਕਈਆਂ ਨੇ ਕਿਹਾ ਸੀਗਾ ਵੀ ਇਹ ਸੇਵਾ ਐਵੇਂ ਕਰ ਰਹੇ ਨੇ, ਕੋਈ ਗੱਲ ਨਹੀਂ, ਪਹਿਲਾਂ ਫੇਸਬੁੱਕ ਦੇ ਉੱਤੇ ਜਾਂ YouTube ਦੇ ਉੱਤੇ ਕੋਈ ਫਾਇਦਾ ਨਹੀਂ ਇਹ ਕਰਨ ਦਾ, ਪੈਸੇ ਖਰਾਬ ਕਰ ਰਹੇ ਹੋ ਵੀ, ਪਰ ਕਹਿੰਦੇ ਕੋਈ ਸੇਵਾ ਕਰਿਆ ਕਰੋ, ਸਮਾਜ ਸੇਵਾ ਕਰਿਆ ਕਰੋ। ਗੁਰੂ ਸਾਹਿਬ ਦੀ ਕਿਰਪਾ ਸਦਕਾ 2 ਸਾਲਾਂ ਦੇ ਵਿੱਚੋਂ 2 ਸਾਲਾਂ ਦੇ ਵਿੱਚ ਸਾਡੇ ਘਰੋਂ ਪ੍ਰਸ਼ਾਦਾ ਮੇਰੇ ਮਾਤਾ ਜੀ ਬਣਾ ਕੇ ਭੇਜਦੇ ਨੇ, ਹੌਸਪੀਟਲਾਂ ਦੇ ਵਿੱਚ ਆਪਣੇ
ਘਰੋਂ ਪ੍ਰਸ਼ਾਦਾ ਜਾਂਦਾ ਹੈ। ਗੁਰੂ ਸਾਹਿਬ ਐਡੀ ਕਿਰਪਾ ਕਰ ਰਹੇ ਨੇ ਵੀ ਉਹ ਜਿਹੜਾ ਪਹਿਲਾਂ ਜੋ ਤਨਖਾਹ ਮੈਨੂੰ ਸਕੂਲ ਦੇ ਵਿੱਚੋਂ ਮਿਲਦੀ ਹੁੰਦੀ ਸੀ, ਜੋ ਵੀ ਮੈਂ ਉਹ ਸਾਰੀ ਲੰਗਰ ਦੇ ਵਿੱਚ ਲੱਗਦੀ ਹੁੰਦੀ ਸੀ, ਤੇ ਗੁਰੂ ਸਾਹਿਬ ਨੇ ਹੁਣ ਐਡੀ ਕਿਰਪਾ ਕੀਤੀ ਵੀ ਹੈ, ਹੁਣ ਤਨਖਾਹ ਵੀ ਨਹੀਂ ਮਿਲ ਰਹੀ, ਫਿਰ ਵੀ ਲੰਗਰ ਦਾ ਕੰਮ ਉੱਦਾਂ ਹੀ ਚੱਲ ਰਿਹਾ। ਫਿਰ ਵੀ ਮੇਰੇ ਫਾਦਰ ਸਾਹਿਬ ਜੋ ਵੀ ਸਾਡੇ ਘਰੇ ਅਨਾਜ ਆਟਾ ਜੋ ਵੀ ਆਉਂਦਾ ਹੈ ਉਹ ਅਸੀਂ ਘਰੋਂ ਆਪਦੇ ਬਣਾ ਕੇ ਭੇਜਦੇ ਹਾਂ। ਚਲੋ ਜਿਹੜਾ ਸੱਜਣ ਮਿੱਤਰ ਕੋਈ ਸੇਵਾ ਕਰਨੀ ਵੀ ਚਾਹੁੰਦਾ ਉਹ ਕਰ ਵੀ ਜਾਂਦੇ ਨੇ, ਕੋਈ ਆਟੇ ਦੀ ਕੋਈ ਦਾਲ ਦੀ ਜੋ ਕਰ ਵੀ ਜਾਂਦੇ ਨੇ, ਪਰ ਬਹੁਤਾ ਜੋ ਚੱਲਦਾ ਰਹਿੰਦਾ ਉਹ ਘਰੋਂ ਚੱਲਦਾ ਰਹਿੰਦਾ। ਮੇਰੇ ਮਾਤਾ ਜੀ ਸੇਵਾ ਕਰਦੇ ਨੇ ਲੰਗਰ ਬਣਾਉਣ ਦੀ, ਪਹਿਲਾਂ ਮੈਂ ਆਪ ਕਰਦਾ ਹੁੰਦਾ ਸੀਗਾ ਲੰਗਰ ਬਣਾਉਣ ਦੀ ਸੇਵਾ, ਫਿਰ ਜਦੋਂ ਸਰੂਪ ਲਿਖਣ ਲੱਗ ਗਏ ਚਲੋ ਇੱਦਾਂ। ਬੜਾ ਔਖਾ ਜਿਹਾ ਲੱਗਦਾ ਤੁਸੀਂ ਗੱਲ ਕਰਦੇ ਹੋ ਕਿ ਸੇਵਾ ਦੇ ਨਾਲ ਹੀ ਆਪਣੇ ਆਪ ਚੱਲੀ ਜਾਂਦਾ, ਇੱਦਾਂ ਕੋਈ ਕਮਾਈ ਦਾ ਸੋਰਸ ਨਹੀਂ ਜਿੰਨਾ ਚਿਰ ਇਨਸਾਨ ਕੋਲੇ ਹੁੰਦਾ, ਜਿੰਨਾ ਚਿਰ ਜੇਬ 'ਚ 2 ਪੈਸੇ ਨਹੀਂ ਹੁੰਦੇ ਉਹਨਾਂ ਚਿਰ ਜਿਹੜਾ ਪਰਿਵਾਰ ਦਾ ਗੁਜ਼ਾਰਾ ਬੜਾ ਮੁਸ਼ਕਲ ਚੱਲਦਾ ਹੁੰਦਾ। ਫਿਰ ਇਹ ਸਾਰਾ ਕੁਝ ਚੱਲਦਾ ਕਿੱਦਾਂ? ਨਾਲ ਕੋਈ ਨਾ ਕੋਈ ਜਿਹੜਾ ਇਨਕਮ ਦਾ ਸਾਧਨ ਤਾਂ ਫਿਰ ਜ਼ਰੂਰ ਹੋਊਗਾ। ਪੈਸੇ ਬਿਨਾਂ ਗੱਡੀ ਤੇ ਜ਼ਿੰਦਗੀ ਨਹੀਂ ਚੱਲਦੀ। ਪੈਸੇ ਬਿਨਾਂ ਚੱਲਦੀ ਨਹੀਂ ਵੀਰ ਜੀ, ਪਰ ਗੁਰੂ ਸਾਹਿਬ ਇਹ ਗੱਲ ਕਹੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸੇਵਾ ਵੀ ਕਰ ਰਹੇ ਹੋ, ਇਹਨਾਂ ਤੇ ਵੀ ਕਹਿ ਰਹੇ ਹੋ 15 ਲੱਖ ਖਰਚ ਆਉਣਾ, 2-2.5 ਲੱਖ ਰੁਪਇਆ ਖਰਚ ਕਰ ਚੁੱਕੇ ਹੋ। ਤੇ ਗੁਰੂ ਸਾਹਿਬ ਇੱਕ ਸਮਰੱਥ ਨੇ ਨਾ, ਗੁਰੂ ਸਾਹਿਬ ਦੀ ਸਮਰੱਥਾ ਦੇ ਉੱਤੇ ਸਾਨੂੰ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ, ਕਿੰਤੂ ਪਰੰਤੂ ਨਹੀਂ ਕਰਨੀ ਚਾਹੀਦੀ। ਗੁਰੂ ਸਾਹਿਬ ਸਮਰੱਥ ਨੇ, ਮੈਂ ਇਹ ਗੱਲ ਜਾਣਦਾ। ਜਦੋਂ ਉਹਨਾਂ ਨੇ ਕਾਰਜ ਆਰੰਭਿਆ, ਮੈਂ ਆਰੰਭਣ ਵਾਲਾ ਵੀ ਮੈਂ ਨਹੀਂ, ਕਰਨ ਵਾਲਾ ਵੀ ਮੈਂ ਨਹੀਂ। ਕਹਿੰਦੇ ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਬਹੁ ਬਿਦਰੰਗਲਾ, ਸਖੀਏ ਮੇਰਾ ਲਾਲ। ਉਹ ਸਾਰਾ ਕੁਝ ਕਰਨ ਵਾਲਾ ਆਪ ਹੀ ਹੈ, ਕਰਤਾ ਪੁਰਖ ਆਪ ਹੈ। ਮੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਵਿੱਚ ਮੈਂ ਹੈ ਨਹੀਂ, ਮੈਂ ਹੋਵਾਂ ਮੈਨੂੰ ਚਿੰਤਾ ਹੋਵੇ। ਉਹ ਗੁਰੂ ਸਾਹਿਬ ਦਾ ਕਾਰਜ ਹੈ, ਉਹਨਾਂ ਨੇ ਆਰੰਭ ਕਰਵਾਇਆ, ਉਹਨਾਂ ਨੇ ਪੂਰਨ ਕਰਵਾਉਣਾ, ਜਿਵੇਂ ਮਰਜ਼ੀ ਕਰਵਾ। ਪਰਿਵਾਰ 'ਚ ਕਲੇਸ਼ ਨਹੀਂ ਪੈਂਦਾ ਕਿ ਇੱਕ ਤਾਂ ਤੂੰ ਆਪਣਾ ਧਰਮ ਛੱਡ ਕੇ ਦੂਜੇ ਧਰਮ ਚਲਾ ਗਿਆ, ਇੱਕ ਤੂੰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪੀੜ ਲਿਖਣ ਲੱਗ ਗਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪ ਲਿਖਣ ਲੱਗ ਗਿਆ, ਦੂਜਾ ਤੂੰ ਲੰਗਰਾਂ ਨੂੰ ਕਹੀ ਜਾਂਦਾ ਹੌਸਪੀਟਲ ਨੂੰ ਲੰਗਰ ਦੇ ਸਾਰਾ ਕੰਮ ਸੇਵਾ 'ਚ ਹੀ ਤੁਰੀ ਜਾਂਦਾ। ਘਰ ਦੇ ਕਹਿੰਦੇ ਵੀ ਘਰੇ ਕੀ ਖਾਵਾਂਗੇ, ਘਰ ਦੇ ਲੜਦੇ ਨਹੀਂ? ਹਾਂਜੀ, ਨਹੀਂ ਘਰੇ ਨਹੀਂ ਕੋਈ ਵੀ ਲੜਦਾ ਕੁਛ, ਪਰ ਰਿਸ਼ਤੇਦਾਰ ਸੀ ਨਾ, ਜਦੋਂ ਮੈਂ ਅੰਮ੍ਰਿਤ ਛਕਿਆ ਉਦੋਂ ਨਾਰਾਜ਼ ਹੋ ਗਏ। ਤੇ ਮੈਂ ਕਿਹਾ ਫਿਰ ਮੈਂ ਗੁਰੂ ਤੋਂ ਲੈਣਾ, ਤੁਹਾਡੇ ਤੋਂ ਤਾਂ ਨਹੀਂ ਕੁਛ ਲੈਣਾ। ਮੈਂ ਗੁਰੂ ਦਾ ਆਸਰਾ ਤੱਕਿਆ ਤੇ ਆਪਾਂ ਤੁਰੇ। ਪਰਿਵਾਰ ਦੇ ਵਿੱਚ ਸਾਰੇ ਖੁਸ਼ ਨੇ, ਕੋਈ ਕੁਛ ਨਹੀਂ ਕਹਿੰਦਾ। ਹਾਲਾਂਕਿ ਮਾਤਾ ਤਾਂ ਮੇਰੀ ਚਾਹ ਕਰਦੀ, ਮੇਰੇ ਪਿਤਾ ਜੀ ਬੜੇ ਚਾਹ ਕਰਦੇ ਨੇ, ਵੀਰ ਵੀ ਬੜੇ ਚਾਹ ਕਰਦੇ ਨੇ, ਤੇ ਉਹ ਵੀ ਇਹ ਸਾਡਾ ਵੀਰ ਇੰਨੀ ਸੇਵਾ ਕਰ ਰਿਹਾ, ਗੁਰੂ ਸਾਹਿਬ ਕਿਰਪਾ ਹੀ ਕਰਨ। ਗੱਲ ਕਰੀਏ ਵੀਰੇ, ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਜਿਹੜੇ ਤੁਸੀਂ ਲਿਖ ਰਹੇ ਹੋ, ਜਿਨ੍ਹਾਂ ਦਾ ਉਤਾਰਾ ਲਾ ਰਹੇ ਹੋ, ਕੋਈ ਦਰਸ਼ਨ ਕਰਨਾ ਚਾਹੁੰਦਾ ਹੋਵੇ, ਕੋਈ ਆ ਕੇ ਦੇਖਣਾ ਚਾਹੁੰਦਾ ਹੋਵੇ ਕਿ ਮਨਕੀਰਤ ਕਿਸ ਤਰ੍ਹਾਂ ਲਿਖ ਰਿਹਾ, ਜਾਂ ਤੁਹਾਡੇ ਤੋਂ ਗਿਆਨ ਲੈਣਾ ਚਾਹੁੰਦਾ ਹੋਵੇ, ਸਿੱਖਿਆ ਲੈਣਾ ਚਾਹੁੰਦਾ ਹੋਵੇ, ਕਿ ਕੋਈ ਹੋਰ ਵੀ ਚਾਹੁੰਦਾ ਹੋਵੇ ਕਿ ਮੈਂ ਵੀ ਇਸ ਤਰ੍ਹਾਂ ਲਿਖਾਂ, ਤਾਂ ਕਿੱਥੇ ਤੁਹਾਨੂੰ ਕੋਈ ਮਿਲ ਸਕਦਾ? ਕਿੱਥੇ, ਕਿਹੜੇ ਸਥਾਨਾਂ 'ਤੇ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੇ ਉਹ ਲਿਖਤ ਕਰ ਰਹੇ ਹੋ? ਜਿੱਥੇ ਮੈਂ ਭਾਈ ਸਾਹਿਬ ਪਹਿਲਾਂ 2 ਸਾਲਾਂ ਤੋਂ ਮੈਂ ਟੀਚਰ ਦੀ ਸੇਵਾ ਨਿਭਾ ਰਿਹਾ ਸੀ, ਉਸੇ ਸਕੂਲ ਦੇ ਵਿੱਚ ਗਾਰਡਨ ਪਬਲਿਕ ਸਕੂਲ ਕਲਿਆਣ ਮਲਕਾ ਬਠਿੰਡੇ ਜ਼ਿਲ੍ਹੇ ਦੇ ਵਿੱਚ, ਉੱਥੇ ਮੈਂ ਸੇਵਾ ਕਰ ਰਿਹਾ ਜਿੱਥੇ ਹੁਣ ਆਪਾਂ ਇਸ ਵੇਲੇ ਖੜ੍ਹੇ ਹਾਂ ਜੀ। ਤੇ ਮੇਰੇ ਜੇ ਕੋਈ ਕੰਟੈਕਟ ਨੰਬਰ ਵੀ ਲੈਣਾ ਚਾਹੁੰਦਾ ਹੋਵੇ, ਉਹ ਹੈਗਾ ਫੇਸਬੁੱਕ ਦੇ ਉੱਤੇ ਮੇਰੀ ਮਨਕੀਰਤ ਸਿੰਘ ਦੇ ਨਾਂ 'ਤੇ ਹੀ ID ਬਣੀ ਵੀ ਹੈ। ਜੇ ਵੀਰ ਨੂੰ ਕਿਸੇ ਨੂੰ ਔਖ ਵੀ ਹੁੰਦੀ ਹੋਵੇ ਤਾਂ ਉਹ ਮਨਕੀਰਤ ਸਿੰਘ ਦੇ ਨਾਂ ਦੇ ਉੱਤੇ ਮੇਰੀ ਆਪਣੀ ਫੋਟੋ ਲਿਖਦੇ ਦੀ ਹੋਈ ਲੱਗੀ ਹੋਈ ਹੈ, ਅਤੇ ਉਹਦੇ ਉੱਤੋਂ ਮੇਰਾ ਮਤਲਬ ਲੈ ਸਕਦਾ ਕੰਟੈਕਟ ਨੰਬਰ ਵੀ। ਅਤੇ ਜੋ ਵੀ ਬਾਕੀ ਕੋਈ ਔਖ ਹੋਰ ਵੀ ਕਿਸੇ ਤਰ੍ਹਾਂ ਦੀ ਆਉਂਦੀ ਹੈ ਮਿਲਣ ਲੱਗੇ, ਤਾਂ ਮੈਂ ਹਰ ਵੇਲੇ ਇੱਥੇ ਹੀ ਹੁੰਦਾ ਸਕੂਲ ਦੇ ਵਿੱਚ। ਜਦੋਂ ਗੁਰੂ ਸਾਹਿਬ ਦੀ ਸੇਵਾ ਕਰਦੇ ਸਕੂਲ ਟਾਈਮ ਦੇ ਵਿੱਚ 3 ਵਜੇ ਤੱਕ ਇੱਥੇ ਹੁੰਦਾ ਜੀ। ਤੁਹਾਡੇ ਮਨ ਦੇ ਵਲਵਲੇ ਕੀ ਆ, ਤੁਹਾਡੀ ਸੋਚ ਕੀ ਆ, ਸੰਗਤਾਂ ਨੂੰ ਕੀ ਮੈਸੇਜ ਕੀ ਦੇਣਾ ਚਾਹੁੰਦੇ, ਕਹਿਣਾ ਕੀ ਚਾਹੁੰਦੇ, ਜਿਹੜੇ ਤੁਹਾਡੇ ਦਿਲ ਦੀ ਗੱਲ ਆ ਕੋਈ, ਉਹ ਜ਼ਰੂਰ ਸੰਗਤਾਂ ਨਾਲ ਸਾਂਝੀ ਕਰੋ। ਮੈਂ ਤਾਂ ਸੰਗਤ ਨੂੰ ਇਹੀ ਬੇਨਤੀ ਕਰਨਾ ਚਾਹੂੰਗਾ ਜੀ, ਗੁਰੂ ਨਾਨਕ ਦੇ ਘਰ ਤੋਂ ਬਿਨਾਂ ਇਹੋ ਜਿਹਾ ਘਰ ਕੋਈ ਨਹੀਂ ਜਿੱਥੇ ਇਨਸਾਨ ਨੂੰ ਸਾਰੇ ਸੁੱਖ ਅਤੇ ਸਾਰੀਆਂ ਕਾਮਨਾਵਾਂ ਪੂਰੀਆਂ ਨਾ ਹੋ ਸਕਣ। ਜਿੱਥੇ ਸਤਿਗੁਰੂ ਇਹ ਕਹਿੰਦੇ ਨੇ ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ, ਉਹ ਸੱਚ ਗੁਰੂ ਨਾਨਕ ਦੇ ਘਰ ਵਿੱਚ ਹੋ ਸਕਦਾ, ਹੋਰ ਕਿਤੇ ਨਹੀਂ ਹੋ ਸਕਦਾ। ਮੈਂ ਸੰਗਤ ਨੂੰ ਬੇਨਤੀ ਕਰੂੰਗਾ ਵੀ ਜੋ ਵੀ ਕਿਤੇ ਜਾ ਕੇ ਕਹਿੰਦੇ ਭਟਕਦੇ ਨੇ, ਉਹ ਗੁਰੂ ਨਾਨਕ ਦੇ ਘਰ ਨੂੰ ਫੜ ਲੈਣ ਅਤੇ ਹੋਰ ਕਿਤੇ ਨਾ ਜਾਣ। ਅਤੇ ਇੱਕ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਵੀ ਸਾਡੀ ਸਿੱਖ ਕੌਮ ਦੇ ਵਿੱਚ ਵਿਦਵਾਨ ਪੈਦਾ ਹੋਣ, ਨਾ ਕਿ ਅਸੀਂ ਇਕੱਲਾ ਪੈਸੇ ਦੇ ਉੱਤੇ, ਕਮਾਈ ਦੇ ਉੱਤੇ ਜ਼ੋਰ ਦਈਏ। ਕੁਛ ਕੁ ਵਿਦਵਾਨ ਵੀ ਸਾਡੀ ਕੌਮ ਦੇ ਵਿੱਚ ਪੈਦਾ ਹੋਣੇ ਚਾਹੀਦੇ, ਪੜ੍ਹੇ ਲਿਖੇ ਅਤੇ ਨੌਜਵਾਨ ਸਿੱਖ ਇੱਦਾਂ ਦੇ ਹੋਣੇ ਚਾਹੀਦੇ ਨੇ ਜਿਨ੍ਹਾਂ ਨੂੰ ਹਰ ਪੱਖ ਦਾ ਗਿਆਨ ਹੋਣਾ ਚਾਹੀਦਾ, ਅਤੇ ਉਹਨਾਂ ਨੂੰ ਸਿੱਖੀ ਦੇ ਪ੍ਰਤੀ, ਜਿਵੇਂ ਪਹਿਲਾਂ ਸਿੱਖ ਵਿਦਵਾਨ ਹੁੰਦੇ ਸੀਗੇ, ਇਮਾਰਤਕਾਰੀ, ਮੀਨਾਕਾਰੀ, ਹਰੇਕ ਕਲਾ ਦੇ ਵਿੱਚ ਉਹ ਮਸ਼ਹੂਰ ਹੁੰਦੇ ਸੀਗੇ, ਜੋ ਵੀ ਹੁੰਦੇ ਸੀ। ਅਤੇ ਬਾਬਾ ਮਰਦਾਨਾ ਜੀ ਜੋ ਇਸ ਵੇਲੇ ਸੰਗੀਤ ਦੇ ਮਹਾਨ
ਰਥੀ ਮੰਨੇ ਜਾਂਦੇ ਨੇ ਤੇ ਕਹਿੰਦੇ ਸੰਗੀਤ ਵੀ ਉੱਥੋਂ ਹੀ ਸ਼ੁਰੂ ਹੋਇਆ ਸੀਗਾ। ਜੀ। ਬਾਬਾ ਮਰਦਾਨਾ ਜੀ ਦੇ ਸ਼ਾਗਿਰਦ ਸਵਾਮੀ ਹਰੀਦਾਸ ਜੀ, ਜਿੱਥੋਂ ਸਾਰਾ ਸੰਗੀਤ ਪੈਦਾ ਹੋਇਆ, ਬਾਬਾ ਮਰਦਾਨਾ ਜੀ ਨੇ ਇਸ ਸੰਸਾਰ ਦੇ ਵਿੱਚ ਸੰਗੀਤ ਪੈਦਾ ਕੀਤਾ। ਉਹ ਵੀ ਇੱਕ ਸਿੱਖ ਸੀ, ਮੀਨਾਕਾਰੀ ਕਰਨ ਵਾਲੇ ਸਿੱਖ, ਬਹੁਤ ਮਹਾਨ ਸਿੱਖ ਹੋਏ ਨੇ ਜਿਹੜੇ ਬੜੇ ਵੱਡੇ ਵਿਦਵਾਨ ਸੀ। ਤੇ ਮੈਂ ਬੇਨਤੀ ਇਹੀ ਕਰੂੰਗਾ ਵੀ ਮਾਵਾਂ ਸਾਰੀਆਂ ਇੰਨੀਆਂ ਕੁ ਕਿਰਪਾ ਕਰਿਆ ਕਰਨ ਵੀ ਬੱਚਿਆਂ ਨੂੰ ਵਿਦਵਤਾ ਬੰਨੀ ਵੀ ਤੋਰਨ, ਵੀ ਜਿਹੜੇ ਵਿਦਵਾਨ ਬਣ ਸਕਣ, ਸਾਡੀ ਕੌਮ ਦਾ ਕੋਈ ਸੁਧਾਰ ਹੋ ਸਕੇ। ਬਿਲਕੁਲ ਜੀ, ਇਹ ਸੀ ਮਨਕੀਰਤ ਸਿੰਘ ਭਗਤਾ ਭਾਈ, ਜਿਨ੍ਹਾਂ ਨੇ ਸੋਹਣੀਆਂ ਗੱਲਾਂ, ਚੰਗੇ ਮੈਸੇਜ, ਚੰਗੇ ਸੰਦੇਸ਼ ਦਿੱਤੇ ਆ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪੱਤਰੇ ਲਿਖ ਰਹੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੀੜ ਲਿਖ ਰਹੇ ਨੇ, ਪਿਛਲੇ ਲੰਮੇ ਸਮੇਂ ਤੋਂ ਲੱਗੇ ਹੋਏ ਨੇ। ਖਾਸ ਤੌਰ ਤੇ ਗੱਲ ਇਹ ਹੈ ਕਿ ਹਿੰਦੂ ਧਰਮ 'ਚ ਜਨਮੇ ਮਨਕੀਰਤ ਕੁਮਾਰ, ਮਨਕੀਰਤ ਸਿੰਘ ਬਣ ਜਾਂਦੇ ਨੇ। ਇਸ ਤੋਂ ਬਾਅਦ ਅੰਮ੍ਰਿਤਪਾਨ ਕਰਦੇ ਨੇ, ਖਾਲਸੇ ਬਣ ਜਾਂਦੇ ਨੇ। ਉਸ ਤੋਂ ਬਾਅਦ ਗੁਰਬਾਣੀ ਦੇ ਲੜ ਲੱਗਦੇ ਨੇ, ਗੁਰਬਾਣੀ ਨਾਲ ਪਿਆਰ ਕਰਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਕਰਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਦੇ ਨੇ। ਲੰਮੇ ਸਮੇਂ ਤੋਂ ਲਿਖ ਰਹੇ ਨੇ ਔਰ ਦੱਸਦੇ ਨੇ ਕਿ ਲਗਭਗ 7-8 ਸਾਲ ਦਾ ਸਮਾਂ ਹੋਰ ਲੱਗ ਜਾਏਗਾ। ਔਰ ਖਰਚ ਦੀ ਗੱਲ ਕਰਦੇ ਆ ਕਿ 10 ਤੋਂ 15 ਲੱਖ ਖਰਚ ਆਉਣ ਦੀ ਸੰਭਾਵਨਾ ਹੈਗੀ ਆ। ਖਾਸ ਤੌਰ ਤੇ ਉਹ ਸੋਨੇ ਦੀ ਸ਼ਾਹੀ ਮਿਕਸ ਕਰਕੇ ਉਹ ਲਿਖਤ ਲਿਖ ਰਹੇ ਨੇ ਤਾਂ ਕਿ ਹਰ ਇਨਸਾਨ ਚੰਗੀ ਤਰ੍ਹਾਂ ਪੜ੍ਹ ਸਕੇ। ਔਰ ਨਿਗਾਹ ਦੀ ਵੀ ਗੱਲ ਕੀਤੀ ਹੈ ਕਿ ਜਿਹੜਾ ਵੀ ਇਨਸਾਨ ਇਸ ਲਿਖਤ ਨੂੰ ਪੜ੍ਹੇਗਾ ਉਹਦੀ ਨਿਗਾਹ ਦੇ ਉੱਤੇ ਕਦੇ ਵੀ ਅਸਰ ਨਹੀਂ ਪਵੇਗਾ। ਉਮੀਦ ਕਰਦੇ ਹਾਂ ਅੱਜ ਦੀ ਖਾਸ ਪੇਸ਼ਕਸ਼ ਮਨਕੀਰਤ ਸਿੰਘ ਹੋਣਾ ਨਾਲ ਗੱਲਬਾਤ ਕੀਤੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅਗਲੀ ਵਾਰ ਕਿਸੇ ਹੋਰ ਖਾਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਤਦ ਤੱਕ ਲਈ ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ TV। ਧੰਨਵਾਦ।